ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਅਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਦਰਪੇਸ਼ ਮੁੱਦੇ, ਮਸਲੇ ਅਤੇ ਉਹ ਸਾਰੇ ਇਸ਼ੂਜ਼ ਜਿਨ੍ਹਾਂ ਦਾ ਸਾਡੇ ਨਾਲ ਤਲਕ ਹੈ, ਸਾਡੇ ਰੋਜ਼ਮर्रा ਦੀ ਜ਼ਿੰਦਗੀ ਦੇ ਨਾਲ, ਸੋਸ਼ੀਓ ਰਿਲੀਜੀਅਸ, ਪੋਲੀਟੀਕਲ, ਧਾਰਮਿਕ, ਸਮਾਜਿਕ, ਰਾਜਨੀਤਿਕ ਮਸਲੇ, ਉਹਨਾਂ ਦੇ ਉੱਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਉਸ ਦੇ ਵਿਸਥਾਰ ਵਿੱਚ ਜਾ ਕੇ ਔਰ ਡੂੰਘਾਈ ਵਿੱਚ ਜਾ ਕੇ ਸਿਧਾਂਤਕ ਪੱਖ ਤੋਂ ਜੋ ਨਿਰਣਾਇਕ ਗੱਲ ਹੋਣੀ ਚਾਹੀਦੀ ਹੈ ਉਹ ਆਪ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਮਕਸਦ ਇਸ ਦਾ ਕੇਵਲ ਰਾਜਨੀਤਿਕ ਗੱਲਾਂ ਨੂੰ ਦੁਹਰਾਉਣਾ ਨਹੀਂ, ਬਲਕਿ ਇਹਨਾਂ ਦੇ ਵਿੱਚੋਂ ਸੇਧ ਲੈਣਾ ਹੈ ਤਾਂ ਕਿ ਆਉਣ ਵਾਲਾ ਭਵਿੱਖ ਚੰਗਾ ਅਤੇ ਸੁਰੱਖਿਅਤ ਹੋ ਸਕੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਧਰਤੀ ਤੋਂ ਇਤਨੀ ਦੂਰ ਅਸੀਂ ਸਹੀ ਜਾਣਕਾਰੀ ਪ੍ਰਾਪਤ ਕਰ ਸਕੀਏ। ਇਸ ਲਈ ਅਸੀਂ ਵਕਤ ਬਵਕਤ, ਗਾਹੇ ਬਗਾਹੇ ਅਸੀਂ ਪੰਜਾਬ ਔਰ ਹਿੰਦੁਸਤਾਨ ਤੋਂ ਕਾਫੀ ਗੰਭੀਰ ਚਿੰਤਕ, ਜਰਨਲਿਸਟ, ਆਗੂ, ਸਾਡੀ ਕੋਸ਼ਿਸ਼ ਹੁੰਦੀ ਹੈ ਉਹ ਤੁਹਾਡੇ ਰੂਬਰੂ ਹੋਣ ਔਰ ਤੁਹਾਡੇ ਬਾਰੇ ਇਹਨਾਂ ਮਸਲਿਆਂ ਦੇ ਉੱਤੇ ਗੱਲਬਾਤ ਕਰ ਸਕਣ। ਅੱਜ ਵੀ ਦੇਸ਼ ਦੇ ਵਿੱਚ ਚੋਣਾਂ ਦਾ ਜੋ ਮਾਹੌਲ ਹੈ ਉਸ ਦੇ ਵਿੱਚ ਕਾਫੀ ਤਿੱਖੀ ਸੁਰ ਦੇ ਵਿੱਚ ਤੇਜ਼ੀ ਆਈ ਹੈ ਔਰ ਜਾਪਦਾ ਹੈ ਕਿ ਆਉਣ ਵਾਲਾ ਸਮਾਂ ਔਰ ਸਮੇਂ ਨੂੰ ਇਹ ਪ੍ਰਭਾਵਿਤ ਕਰੇਗਾ। ਜੋ ਵੀ ਇਸ ਦੇ ਨਤੀਜੇ ਹੋਣਗੇ ਉਹ ਜ਼ਰੂਰ ਪ੍ਰਭਾਵਿਤ ਕਰਨਗੇ। ਮੁੱਦਿਆਂ ਦੇ ਉੱਤੇ ਗੱਲ ਹੁਣ ਘੱਟ ਹੋ ਰਹੀ ਹੈ। ਹੁਣ ਸਿੱਧੇ ਤੌਰ ਦੇ ਉੱਤੇ ਪੋਲਰਾਈਜੇਸ਼ਨ ਦੀ ਗੱਲ ਫਿਰ ਤੁਰ ਪਈ ਹੈ ਕਿ ਕਿਸੇ ਨਾ ਕਿਸੇ ਫਿਰਕੇ ਨੂੰ, ਧੜੇ ਨੂੰ, ਜ਼ਾਤ ਨੂੰ, ਕਮਿਊਨਿਟੀ ਨੂੰ, ਉਹਨਾਂ ਨੂੰ ਟਾਰਗੇਟ ਬਣਾ ਕੇ ਜਾਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ। ਯਾਨੀ ਕਿ ਜਿਸ ਨੂੰ ਕਹਿੰਦੇ ਸੀ ਕਿ ਸਾਰੀਆਂ ਚੀਜ਼ਾਂ ਜਾਇਜ਼ ਹੁੰਦੀਆਂ ਹਨ ਜੰਗ ਅਤੇ ਪਿਆਰ ਦੇ ਵਿੱਚ, ਉਹ ਲੱਗਦਾ ਹੈ ਹੁਣ ਬਿਲਕੁਲ ਉਸੇ ਢੰਗ ਦੇ ਨਾਲ ਲਾਗੂ ਹੋ ਗਿਆ ਹੈ। ਅਸੀਂ ਕੁਝ ਇੱਕ ਦੋ ਸੁਰਖੀਆਂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ, ਤੁਹਾਨੂੰ ਉਸ ਦੇ ਬਾਰੇ ਜ਼ਰੂਰ ਜਾਣਕਾਰੀ ਦੇਵਾਂਗੇ ਔਰ ਫਿਰ ਸਾਡੀ ਕੋਸ਼ਿਸ਼ ਹੋਏਗੀ ਕਿ ਆਪਣੇ ਮਹਿਮਾਨ ਦੇ ਨਾਲ ਅਸੀਂ ਉਹਨਾਂ ਦੇ ਕੋਲੋਂ ਪੁੱਛ ਸਕੀਏ ਕਿ ਸਾਰੇ ਦੇਸ਼ ਵਿੱਚ ਅਤੇ ਖਾਸ ਕਰ ਪੰਜਾਬ ਦੇ ਵਿੱਚ ਹਾਲਾਂ ਚੋਣਾਂ ਹੋ ਚੁੱਕੀਆਂ ਹਨ, ਪਰ ਉਹਨਾਂ ਵਿੱਚ ਮੁੱਦੇ ਕੀ ਸਨ ਔਰ ਕਿਵੇਂ ਉਹ ਸੋਚ ਰਹੇ ਹਨ ਕਿ ਇਸ ਦੇ ਵਿੱਚ, ਕਿਉਂਕਿ ਕੇਵਲ ਕੁਝ ਵਿਅਕਤੀ ਚੁਣੇ ਜਾਣੇ ਜਾਂ ਚੁਣ ਲਏ ਜਾਣੇ, ਵਜ਼ਾਰਤ ਬਣ ਜਾਣੀ ਨਹੀਂ ਹੁੰਦੀ। ਕਈ ਦਫਾ ਬੜੀਆਂ ਵੱਡੀਆਂ ਤਬਦੀਲੀਆਂ ਆਉਂਦੀਆਂ ਹਨ ਔਰ ਕਈ ਦਫਾ ਐਸੀਆਂ ਘਟਨਾਵਾਂ ਜਿਹੜੀਆਂ ਹਨ ਉਹ ਸਮਾਜਿਕ ਤਾਣੇ ਬਾਣੇ ਦੇ ਵਿੱਚ ਬਹੁਤ ਵੱਡਾ ਬਦਲਾਅ ਪੈਦਾ ਕਰ ਦਿੰਦੀਆਂ ਹਨ। ਸਾਡੇ ਵੇਖਦਿਆਂ 1947 ਵਿੱਚ ਜੋ ਹੋਇਆ, 1984 ਵਿੱਚ ਜਿਸ ਢੰਗ ਨਾਲ ਹੋਇਆ, ਉਸ ਤੋਂ ਪਹਿਲਾਂ 1975 ਵਿੱਚ ਵੀ ਹੋਇਆ। ਸੋ ਤਬਦੀਲੀਆਂ ਆਉਂਦੀਆਂ ਹਨ ਔਰ ਐਤਕੀ ਵੀ ਇਹ ਚੋਣਾਂ ਆਮ ਨਹੀਂ ਹਨ ਬਲਕਿ ਕਿਸੇ ਤਬਦੀਲੀ ਵੱਲ ਇਸ਼ਾਰਾ ਕਰ ਰਹੀਆਂ ਹਨ। ਉਹ ਤਬਦੀਲੀ ਕਿਸ ਤਰ੍ਹਾਂ ਦੀ ਹੋ ਸਕਦੀ ਹੈ, ਉਸ ਦਾ ਲਾਭ ਹੋਏਗਾ, ਨਹੀਂ ਹੋਏਗਾ, ਸਾਨੂੰ ਆਪਣੇ ਆਪ ਨੂੰ ਉਸ ਦੇ ਹਾਣ ਦਾ ਬਣਾ ਕੇ ਕਦਮ ਬ ਕਦਮ ਨਾਲ ਤੁਰਨਾ ਪਏਗਾ ਜੇ ਅਸੀਂ ਆਪਣੇ ਆਪ ਨੂੰ ਪਛੜ ਨਹੀਂ ਜਾਣਾ ਚਾਹੁੰਦੇ। ਸੋ ਇਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ, ਪਰ ਸ਼ੁਰੂ ਦੇ ਵਿੱਚ ਇੱਕ ਦੋ ਸੁਰਖੀਆਂ ਹਨ। ਸਭ ਤੋਂ ਪਹਿਲੀ, ਚੋਣਾਂ ਆ ਗਈਆਂ, ਚੋਣਾਂ ਦਾ ਮਾਹੌਲ ਹੈ, ਰਾਜਨੀਤੀ ਗਰਮ ਹੈ। ਹਰਿਆਣਾ ਸਰਕਾਰ ਨੇ ਹਰਿਆਣਾ ਆਨੰਦ ਮੈਰਿਜ ਰਜਿਸਟ੍ਰੇਸ਼ਨ ਐਕਟ ਦੇ ਅਧੀਨ ਰੂਲਸ ਪਾਸ ਕਰ ਦਿੱਤੇ ਹਨ। ਆਨੰਦ ਮੈਰਿਜ ਐਕਟ ਦੇ ਅਧੀਨ ਹਰਿਆਣਾ ਸਿੱਖ ਮੈਰਿਜ ਰਜਿਸਟ੍ਰੇਸ਼ਨ ਰੂਲਸ ਉਹਨਾਂ ਨੇ ਪਾਸ ਕਰ ਦਿੱਤੇ ਹਨ ਔਰ ਦਰਅਸਲ
ਹਿੰਦੁਸਤਾਨ ਦੇ ਕਾਨੂੰਨ ਦੇ ਵਿੱਚ 1909 ਦੇ ਵਿੱਚ ਆਨੰਦ ਮੈਰਿਜ ਐਕਟ ਪਾਸ ਹੋਇਆ ਸੀ, ਪਰ ਇਹ ਮੁਕੰਮਲ ਆਨੰਦ ਕਾਰਜ ਨਹੀਂ ਐਕਟ ਨਹੀਂ ਸੀ। ਇਹ ਮੁਕੰਮਲ ਮੈਰਿਜ ਲਾਅ ਨਹੀਂ ਸੀ। ਬੜੀ ਹੈਰਾਨੀ ਹੁੰਦੀ ਹੈ ਕਿ ਉਸ ਵੇਲੇ, ਅਸੀਂ ਹੁਣ ਦੀ ਗੱਲ ਕਈ ਦਫਾ ਕਰਦੇ ਹਾਂ, ਪਰ 1909 ਦੇ ਵਿੱਚ ਵੀ ਸਵਾਲ ਇਹ ਉਠਾਏ ਗਏ, ਝਗੜਾ ਇਹ ਉੱਠਿਆ ਕਿ ਕੀ ਜੇਕਰ ਕਿਸੇ ਦਾ ਆਨੰਦ ਕਾਰਜ ਹੋਇਆ ਹੈ ਤਾਂ ਕੀ ਉਹ ਆਨੰਦ ਕਾਰਜ ਜਾਂ ਵਿਆਹ ਜਾਇਜ਼ ਹੈ, ਉਹ ਮੈਰਿਜ ਵੈਲਿਡ ਹੈ। ਕਿਤਨੀ ਅਜੀਬ ਜੀ ਗੱਲ ਹੈ ਕਿ ਇਸ ਛੋਟੀ ਜੀ ਮੰਗ ਲਈ ਵੀ ਜਦੋਜਹਿਦ ਕਰਨੀ ਪਈ, ਔਰ ਇਸ ਮੰਗ ਨੂੰ ਕਿ ਸਿੱਖ ਦਾ ਵਿਆਹ ਅਗਰ ਆਨੰਦ ਕਾਰਜ ਰੀਤੀ ਨਾਲ ਹੋਇਆ ਹੈ ਤਾਂ ਉਸ ਨੂੰ ਜਾਇਜ਼ ਕਰਾਰ ਦਿੱਤਾ ਜਾਏ, ਉਸ ਦੇ ਬੱਚਿਆਂ ਨੂੰ ਲੈਜੀਟੀਮੇਟ ਜਾਇਜ਼ ਔਲਾਦ ਕਰਾਰ ਦਿੱਤੀ ਜਾਏ। ਇਸ ਛੋਟੀ ਜੀ ਮੰਗ ਨੂੰ ਲੈ ਕੇ ਐਜੀਟੇਸ਼ਨ ਕਰਨੀ ਪਈ, ਔਰ ਉਸ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਇਸ ਐਕਟ ਨੂੰ ਪਾਸ ਕਰਾਉਣ ਦੇ ਵਿੱਚ ਉਸ ਵੇਲੇ ਮਜੀਠੀਆ ਪਰਿਵਾਰ ਨੇ, ਸਰ ਸੁੰਦਰ ਸਿੰਘ ਮਜੀਠੀਆ ਨੇ, ਨਾਭੇ ਦੇ ਟਿੱਕਾ ਰਿਪਦਮਨ ਸਿੰਘ ਉਹਨਾਂ ਨੇ, ਔਰ ਇਸ ਦੇ ਨਾਲ ਹੀ ਮੁਸਲਿਮ ਲੀਗ ਨੇ ਵੀ ਇਹਨਾਂ ਦੀ ਹਮਾਇਤ ਕੀਤੀ ਕਿ ਐਕਟ ਪਾਸ ਹੋਣਾ ਚਾਹੀਦਾ। ਪਰ ਆਰੀਆ ਸਮਾਜ ਦੇ ਆਗੂ ਗੋਕਲ ਚੰਦ ਨਾਰੰਗ ਨੇ ਇਸ ਦੀ ਵਿਰੋਧਤਾ ਕੀਤੀ ਕਿ ਆਨੰਦ ਮੈਰਿਜ ਨਾਲ ਹੋਇਆ ਵਿਆਹ ਜਾਇਜ਼ ਨਹੀਂ ਹੈ। ਖੈਰ, ਉਹ ਬੜਾ ਲੰਬਾ ਇਤਿਹਾਸ ਹੈ, ਔਰ ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ ਤਾਂ ਜਾਪਦਾ ਹੈ ਕਿ ਬੜੀ ਛੋਟੀ ਜੀ ਮੰਗ ਦੇ ਲਈ ਵੀ ਇਸ ਕੌਮ ਨੂੰ ਕਿੰਨਾ ਕੁਝ ਕਰਨਾ ਪੈਂਦਾ ਹੈ। ਖੈਰ, ਉਹ ਸਿਰਫ 2 ਲਾਈਨਾਂ ਦਾ ਐਕਟ ਸੀ ਕਿ ਜੇਕਰ ਕਿਸੇ ਦਾ ਵਿਆਹ ਆਨੰਦ ਰੀਤੀ ਨਾਲ ਹੋਇਆ ਹੈ ਤਾਂ ਉਹ ਜਾਇਜ਼ ਹੋਏਗਾ। ਬਸ ਇੰਨੀ ਗੱਲ ਸੀ। ਪਰ ਬਾਅਦ ਵਿੱਚ ਜਦੋਂ ਹਿੰਦੂ ਮੈਰਿਜ ਐਕਟ ਪਾਸ ਹੋਇਆ ਤਾਂ ਭਾਰਤ ਦੀ ਸੰਵਿਧਾਨ ਦੀ ਧਾਰਾ 25(2) ਦੇ ਮੁਤਾਬਕ ਜਿਹੜਾ ਕਾਨੂੰਨ ਬਣਿਆ, ਸਿੱਖਾਂ ਦੇ ਉੱਤੇ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ, ਔਰ ਅੱਜ ਦੀ ਤਾਰੀਖ ਤੱਕ ਵੀ ਉਹੀ ਲਾਗੂ ਹੈ। ਸਿਰਫ ਫਰਕ ਇਹ ਪਿਆ ਹੈ 1947 ਤੋਂ ਲੈ ਕੇ ਹੁਣ ਤੱਕ ਦੀ ਜਦੋਜਹਿਦ ਦੇ ਬਾਅਦ ਕੇਵਲ ਇੱਕ ਮੰਗ ਮੰਨੀ ਗਈ ਹੈ ਕਿ ਵਿਆਹ ਦੇ ਲਈ ਜਿਹੜਾ ਸਰਟੀਫਿਕੇਟ ਦਿੱਤਾ ਜਾਂਦਾ ਹੈ ਉਹਦੇ ਉੱਤੇ ਇਹ ਲਿਖਿਆ ਜਾਏ ਕਿ ਇਹ ਸਰਟੀਫਿਕੇਟ ਆਨੰਦ ਮੈਰਿਜ ਐਕਟ ਦੇ ਅਧੀਨ ਹੈ। ਬਸ ਇੰਨੀ ਗੱਲ ਹੈ, ਹੋਰ ਕੁਝ ਨਹੀਂ। ਪਰ ਸਰਕਾਰ ਇਤਨੀ ਛੋਟੀ ਜੀ ਮੰਗ ਲਈ ਵੀ, ਇਹ ਮੰਗ ਦਿੰਦਿਆਂ ਹੋਇਆਂ ਵੀ ਆਪਣੀ ਤਰਫੋਂ ਬੜੇ ਕ੍ਰੈਡਿਟ ਲੈਣਾ ਚਾਹੁੰਦੀ ਹੈ, ਕੌਮ ਦੇ ਆਗੂਆਂ ਕੋਲੋਂ ਵਧਾਈਆਂ ਲੈਣਾ ਚਾਹੁੰਦੀ ਹੈ ਕਿ ਤੁਸੀਂ ਸਾਡੇ ਲਈ ਬਹੁਤ ਕੁਝ ਕਰ ਦਿੱਤਾ। ਦਰਅਸਲ ਹਰਿਆਣੇ ਦੇ ਵਿੱਚ ਪੰਜਾਬ ਤੋਂ ਬਾਅਦ ਇਹ ਦੂਸਰਾ ਸੂਬਾ ਹੈ ਜਿਹਦੇ ਵਿੱਚ ਸਿੱਖਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇਹਦੇ ਵਿੱਚ 15% ਹੈ, ਔਰ ਕਈ ਐਸੇ ਹਲਕੇ ਹਨ ਜਿਹੜੀਆਂ 30 ਅਸੈਂਬਲੀ ਸੀਟਾਂ ਕੰਸਟੀਚੁਐਂਸੀਜ਼ ਹਨ ਜਿਨ੍ਹਾਂ ਵਿੱਚ ਇਹ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ, ਔਰ ਲੋਕ ਸਭਾ ਹਲਕਿਆਂ ਦੇ ਵਿੱਚੋਂ ਕਰਨਾਲ, ਕੁਰੂਕਸ਼ੇਤਰ, ਅੰਬਾਲਾ, ਫਰੀਦਾਬਾਦ ਅਤੇ ਗੁੜਗਾਉਂ, ਇਹਨਾਂ ਦੇ ਵਿੱਚ ਇਹ ਕਾਫੀ ਪ੍ਰਭਾਵਿਤ ਕਰਦੇ ਹਨ। ਹੁਣ ਇਸ ਐਕਟ ਨੂੰ 1909 ਦੀ ਲੜਾਈ 2012 ਦੇ ਵਿੱਚ ਸਰਕਾਰ ਨੇ ਇਹ ਐਕਟ ਪਾਸ ਕੀਤਾ ਕਿ ਸਾਡੀ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਉੱਤੇ ਲਿਖਿਆ ਜਾਏਗਾ ਆਨੰਦ ਮੈਰਿਜ ਐਕਟ। ਬਾਕੀ ਕਾਨੂੰਨ ਪੂਰੇ ਦਾ ਪੂਰਾ ਹਿੰਦੂ ਲਾਅ ਦੇ ਅਧੀਨ ਹਿੰਦੂ ਮੈਰਿਜ ਐਕਟ ਦੇ ਵਿੱਚ ਹੋਏਗਾ। ਸਾਰੀਆਂ ਧਾਰਾਵਾਂ ਉਹ ਲਾਗੂ ਹੋਣਗੀਆਂ, ਨਾ ਕੇਵਲ ਮੈਰਿਜ ਐਕਟ ਬਲਕਿ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ, ਸਕਸੈਸ਼ਨ ਐਕਟ, ਵਿਰਾਸਤੀ ਕਾਨੂੰਨ, ਇਹ ਸਾਰੇ ਦੇ ਸਾਰੇ ਹਿੰਦੂ ਲਾਅ ਦੇ ਲਾਗੂ ਰਹਿਣਗੇ। ਪਰ ਫਿਰ ਵੀ ਇਸ ਐਕਟ ਦੇ ਮਿਲਣ ਦੇ ਉੱਤੇ ਹਰਿਆਣੇ ਦੇ ਆਗੂ ਵਧਾਈਆਂ ਦੇ ਰਹੇ ਹਨ ਸਰਕਾਰ ਨੂੰ ਔਰ ਕੌਮ ਨੂੰ, ਔਰ ਧੰਨਵਾਦ ਕਰ ਰਹੇ ਹਨ ਕਿ ਸਰਕਾਰ ਨੇ ਸਾਡੀ ਬੜੀ ਵੱਡੀ ਮੰਗ ਮੰਨ ਲਈ ਹੈ। ਦੂਸਰੀ, ਚੋਣਾਂ ਦੇ ਇਸ ਦੰਗਲ ਦੇ ਵਿੱਚ ਸਾਰੇ ਦੇਸ਼ ਦੀਆਂ ਹੀ ਨਹੀਂ ਬਲਕਿ ਪੂਰੇ ਸੰਸਾਰ ਦੀਆਂ ਨਜ਼ਰਾਂ
पूरे संसार का मीडिया जो है वो पूरी तरह बनारस उस इतिहासक या पौराणिक नगर दे विच पहुँच चुका है और उत्थे जिस तरीके दे नाल वो सारे राजनीतिक ड्रामे उत्थे चल रहे हैं और इस दौरान आरती गंगा पूजन लई जिहड़ी सी भारतीय जनता पार्टी नरेंद्र मोदी उन्होंने इजाज़त मंगी, इलैक्शन कमीशन ने दे दी, पर इन्हां दा कहना सी कि वो देरी नाल मिली। बाकी 2 मीटिंगां दी इजाज़त जिहड़े उत्थे रिटर्निंग अफसर हैं डिस्ट्रिक्ट मैजिस्ट्रेट उन्होंने नहीं दी। भारतीय जनता पार्टी अते नरेंद्र मोदी वालों पूरी तरह इलैक्शन कमिश्नर के उत्ते पक्षपात का दोष लगाया गया और बल्कि सीधे अंदाज दे विच उन्हां नूं धमकियां भी दित्तियां गईयां। इलैक्शन कमिश्नर दे जिहड़े इलैक्शन कमिश्नर हैं VS संपत उन्होंने कहा है कि साडा काम चोणां करवाना है, चोणां लड़ना नहीं है। केजरीवाल का कहना है कि गंगा पूजन लई किसी परमिशन की ज़रूरत नहीं है। सो ये सारे का सारा एक राजनीतिक प्रोग्राम है जिहड़ा जिसकी आड़ दे विच ये सारा कुछ किया जा रहा है। तीसरी चीज़ जिहड़ी हुई उत्थे पाबंदी के बावजूद श्री नरेंद्र मोदी का काफ़ी वड्डा राजनीतिक जलसा होया और जिस चीज़ लिए उन्होंने इजाज़त मंगी सी गंगा पूजन लई उहदे लई उत्थे गए भी नहीं और वो कीता भी नहीं। ये दूसरी छोटी जी सुर्खी है। तीसरी सुर्खी है कि दिल्ली अकाली दल बादल धड़े दे मैंबर गुरलाट सिंह जिहड़े दिल्ली सिख गुरुद्वारा मैनेजमेंट कमेटी के मैंबर भी हैं, उन्होंने अपने पार्टी मैंबरशिप तो इस्तीफा दे दिता है और उस दे विच उन्होंने बहुत गंभीर दोष लगाए हैं कि तुसी दिल्ली अकाली दल नूं बिल्कुल एक राजनीतिक तौर दे उत्ते और दिल्ली गुरुद्वारा कमेटी नूं राजनीतिक मकसद लई वरत रहे हो। उन्होंने होर भी कई दोष लगा के पूरी तरह अपने आप नूं उस तो वख कर लिया। ये पहली दफ़ा शायद होया है कि इस तरह का पार्टी तो तोड़ विछोड़ा हो जाना ये आने वाले समय दे विच दिल्ली अकाली दल लई भी और सिख गुरुद्वारा दिल्ली सिख गुरुद्वारा मैनेजमेंट कमेटी दे लई भी एक संकेत दिंदे हन कि उत्थे राजनीति किस तरह भारू होएगी। खबरां होर भी सन, सुर्खियां होर भी सन, पर हुण समा उस दे लई इजाज़त नहीं दिंदा। असी एक वक्फा लवांगे और उहदे बाद कोशिश करांगे अपने मेहमान दे नाल गलबात कर सकीए जो चोणां दे नाल की होया है अते की असैसमेंट है जिहड़े इस दे माहिर हन वो किवें सोच रहे हैं, ऐतकी दीयां चोणां किस तरीके नाल विलक्षण हन। आउण वाले समय दे विच असीं एक बहुत ही गंभीर विषय दे उत्ते तुहाडे नाल गलबात करांगे कि काफ़ी गंभीर एक किस्म दा विषय है गुरुडम दा। श्री अकाल तख्त साहब दे हुक्मनामे जारी होने के बावजूद अकाली दल दे वख-वख धड़े सिख आगू वख-वख आगू इन्हां दे उत्ते अमल नहीं कर रहे। सारियां दा किरदार, सारियां दी सोच, सारियां दा अमल इक्को जिहा है। इस दे कारण की हन असी आउण वाले समय दे विच तुहाडे नाल उस दे उत्ते विचार करांगे और वो चूँकि काफ़ी गंभीर विषय है असी उस दे उत्ते सारे हुक्मनामे उन्हां दे हवाले दे के तुहाडे नाल उहदे ते गलबात करांगे। हुण समा है एक वक्फे दा।
ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਿਨ੍ਹਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਦੇਸ਼ ਦੇ ਚੋਣਾਂ ਦੇ ਮਾਹੌਲ ਦੇ ਉੱਤੇ, ਕਿਉਂਕਿ ਇਹ ਚੋਣਾਂ ਪਹਿਲੇ ਨਾਲੋਂ ਕੁਦਰਤੀ ਤੌਰ ਦੇ ਉੱਤੇ ਵਿਲੱਖਣ ਹਨ, ਜਿਨ੍ਹਾਂ ਨੇ ਸਾਰੇ ਢਾਂਚੇ ਨੂੰ ਹੀ ਇੱਕ ਕਿਸਮ ਨਾਲ ਪ੍ਰਭਾਵਿਤ ਕੀਤਾ ਹੈ। ਔਰ ਐਤਕੀ ਦੀਆਂ ਚੋਣਾਂ ਦੇ ਵਿੱਚ ਇੱਕ ਚੀਜ਼ ਹੋਰ ਬੜੀ ਉੱਭਰ ਕੇ ਸਾਹਮਣੇ ਆਈ ਹੈ ਕਿ ਉਹ ਤਬਕਾ ਜਿਹੜਾ ਬਿਲਕੁਲ ਕਦੇ ਵੀ ਇਹਨਾਂ ਵਿੱਚ ਦਿਲਚਸਪੀ ਨਹੀਂ ਸੀ ਲੈਂਦਾ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਸੀ ਹੁੰਦਾ, ਉਹ ਵੀ ਇਸ ਦੇ ਵਿੱਚ ਹਿੱਸਾ ਲੈ ਰਹੇ ਹਨ। ਉਹ ਕਿਹੜੀਆਂ ਚੀਜ਼ਾਂ ਹੋਈਆਂ ਜਿਨ੍ਹਾਂ ਲਈ ਇਸ ਵੱਡੇ ਕਾਰਜ ਦੇ ਵਿੱਚ ਆਮ ਲੋਕ ਸ਼ਾਮਲ ਹੋ ਰਹੇ ਹਨ, ਵਿਦਿਆਰਥੀ ਸ਼ਾਮਲ ਹੋ ਰਹੇ, ਘਰੋਂ ਜਿਹੜੀਆਂ ਘਰ ਦੀਆਂ ਔਰਤਾਂ ਸਨ ਉਹ ਸ਼ਾਮਲ ਹੋ ਰਹੀਆਂ, ਹਰ ਤਬਕੇ ਦੇ ਲੋਕ ਸ਼ਾਮਲ ਹੋ ਰਹੇ ਹਨ। ਸਾਡੇ ਨਾਲ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਆਈਪੀ ਸਿੰਘ ਜੀ ਟਾਈਮਜ਼ ਆਫ ਇੰਡੀਆ ਦੇ ਜਲੰਧਰ ਤੋਂ ਸਾਡੇ ਨਾਲ ਜੁੜੇ ਹਨ। ਆਈਪੀ ਸਿੰਘ ਜੀ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ ਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਈਪੀ ਜੀ, ਤੁਸੀਂ ਬਹੁਤ ਕੁਝ ਲਿਖਿਆ ਹੈ, ਬਹੁਤ ਕੁਝ ਇਹਨਾਂ ਚੋਣਾਂ ਬਾਰੇ ਔਰ ਕਾਫੀ ਡੂੰਘਾਈ ਨਾਲ ਕੀਤਾ ਹੈ, ਬਲਕਿ ਪੰਜਾਬ ਦੇ ਵਿੱਚ ਇਸ ਦੇ ਬਾਰੇ ਬਹੁਤ ਕੁਝ ਲਿਖਿਆ ਗਿਆ। ਓਵਰਆਲ ਇਹ ਜਿਹੜੀਆਂ ਚੋਣਾਂ ਲੋਕ ਸਭਾ ਦੀਆਂ ਹਨ, ਪੰਜਾਬ ਦੀਆਂ ਚੋਣਾਂ ਨਹੀਂ ਹਨ, ਪਰ ਰਾਜ ਸਰਕਾਰ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ, ਪਰ ਫਿਰ ਵੀ ਪੰਜਾਬ ਦੇ ਵਿੱਚ ਇਸ ਦਾ ਇਤਨਾ ਅਸਰ ਕਿਉਂ ਹੈ ਤੇ ਲੋਕਾਂ ਦੀ ਦਿਲਚਸਪੀ ਇਤਨੀ ਜ਼ਿਆਦਾ ਹੋ ਜਾਣ ਦਾ ਕਾਰਨ ਕੀ ਹੈ, ਜਦੋਂ ਉਹਨਾਂ ਨੂੰ ਪਤਾ ਹੈ ਕਿ ਇਸ ਰਾਜ ਸਰਕਾਰ ਦੇ ਉੱਤੇ ਕੋਈ ਫਰਕ ਨਹੀਂ ਪੈਣਾ? ਦੇਖੋ, ਇਹ ਗੱਲ ਨਹੀਂ ਹੁੰਦੀ ਵੀ ਰਾਜ ਸਰਕਾਰ ਤੇ ਕੋਈ ਫਰਕ ਨਹੀਂ ਪੈਣਾ। ਠੀਕ ਹੈ ਵੀ ਉਹਨਾਂ ਕੋਲ ਬਹੁਤ ਗਿਣਤੀ ਹੈਗੀ ਹੈ ਤੇ ਰਾਜ ਸਰਕਾਰ ਦਾ ਜਮਾਂ ਉਹਦੀ ਸਿਹਤ ਤੇ ਕੋਈ ਇੱਕਦਮ ਬਿਲਕੁਲ ਕੋਈ ਅਸਰ ਨਹੀਂ ਪੈਣ ਲੱਗਾ, ਪਰ ਜੀ ਲੋਕਾਂ ਦੇ ਹੱਥ ਜਿਹੜਾ ਪਹਿਲਾ ਮੌਕਾ ਆਇਆ ਜੀ ਰਾਜ ਸਰਕਾਰ ਨੂੰ ਕੋਈ ਸਬਕ ਦੇਣ ਦਾ, ਗੁੱਸਾ ਆਪਣਾ ਕੱਢਣ ਦਾ, ਜੀ ਉਹਨਾਂ ਨੇ ਵਰਤਿਆ ਜੀ। ਏਦਾਂ ਤਾਂ ਕਦੇ ਨਹੀਂ ਹੁੰਦਾ ਵੀ ਜੇ ਕਿਸੇ ਨੂੰ ਕਿਸੇ ਨਾਲ ਗੁੱਸਾ ਹੋਵੇ ਤੇ ਜਿਹੜਾ ਵੀ ਅਵੇਲੇਬਲ ਪਹਿਲਾ ਚਾਂਸ ਹੋਵੇ ਹਰੇਕ ਬੰਦਾ ਉਹਨੂੰ ਯੂਜ਼ ਕਰਦਾ। ਜੀ 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 ਵੋਟਾਂ ਦੀ ਗਿਣਤੀ ਮਿਲਦੀ ਕੀ ਚੀਜ਼ਾਂ ਨਿਕਲਦਾ ਜੀ, ਪਰ ਬਹੁਤ ਵਿਵਾਦ ਹੋਣ ਦੀ ਲੋੜ ਨਹੀਂ। ਹਰੇਕ ਨੂੰ ਪਤਾ, ਸਾਰੀਆਂ ਸਿਆਸੀ ਤਰ੍ਹਾਂ ਨੂੰ ਪਤਾ ਕਿ ਪੰਜਾਬ 'ਚ ਆਪ ਨੂੰ ਵੋਟਾਂ ਬਹੁਤ ਪੈ ਗਈਆਂ ਤੇ ਉਹਦਾ ਕਾਰਨ ਮੇਨਲੀ ਇਹ ਆ ਵੀ ਲੋਕਾਂ ਦਾ ਸੀਗਾ ਸਰਕਾਰ ਪ੍ਰਤੀ ਗੁੱਸਾ। ਜੀ ਜੀ ਜੀ। ਆਈਪੀ ਜੀ, ਤੁਸੀਂ ਸ਼ੁਰੂ ਦੇ ਵਿੱਚ ਹੀ ਇੱਕ ਗੱਲ ਕਹਿ ਦਿੱਤੀ, ਜਿਵੇਂ ਕਿ ਨਿਰਣਾਇਕ ਤੌਰ ਤੇ, ਕਿ ਲੋਕਾਂ ਦਾ ਗੁੱਸਾ ਪੰਜਾਬ ਸਰਕਾਰ ਦੇ ਉੱਤੇ ਹੈ। ਜੇ ਪੰਜਾਬ ਸਰਕਾਰ ਦੇ ਉੱਤੇ ਹੈ ਤੇ ਇਹਦਾ ਮਤਲਬ ਹੈ ਕਿ ਜਿਹੜੀ ਹਾਕਮ ਧਿਰ ਹੈ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ, ਤੇ ਇਹ ਤੁਹਾਡਾ ਇਹ ਕਹਿਣਾ ਕਿ ਲੋਕਾਂ ਦਾ ਗੁੱਸਾ ਹੈ, ਉਸ ਦੇ ਉਹ ਕਿਸ ਆਧਾਰ ਦੇ ਉੱਤੇ ਤੁਸੀਂ ਕਹਿ ਰਹੇ ਹੋ, ਜਾਂ ਜੇ ਗੁੱਸਾ ਹੈ ਤਾਂ ਕਿਸ ਵਜ੍ਹਾ ਕਰਕੇ? ਨਹੀਂ, ਇਹ ਤਾਂ ਜਿਹੜਾ ਵੀ ਬੰਦਾ ਇਲੈਕਸ਼ਨ ਦੇ ਦਿਨਾਂ 'ਚ ਫਿਰਿਆ ਜੀ, ਵੋਟਾਂ ਵਾਲੇ ਦਿਨ ਆਲੇ ਦੁਆਲੇ ਫਿਰਿਆ ਜਾਂ ਵੋਟਾਂ ਤੋਂ ਬਾਅਦ ਤੁਸੀਂ ਕੁਛ ਜਾਂ ਸੈਂਕੜੇ ਬੰਦਿਆਂ ਨਾਲ ਕਰ ਲਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਜੀ ਕਿ ਗੁੱਸਾ ਸੀਗਾ ਕਿ ਨਹੀਂ ਸੀਗਾ। ਜੀ ਜੀ। ਦੂਸਰਾ, ਉਹਨਾਂ ਦਾ ਗੁੱਸਾ ਸਿਰਫ ਸੱਤਾਧਾਰੀ ਨਾਲ ਨਹੀਂ ਸੀਗਾ ਜੀ, ਉਹਨਾਂ ਨੇ ਕਾਂਗਰਸ ਨੂੰ ਇੱਕ ਬਹੁਤ ਵੱਡੇ ਹਿੱਸੇ ਨੇ ਵਾਇਬਲ ਇੱਕ ਆਪੋਜੀਸ਼ਨ ਵਜੋਂ ਵੀ ਨਹੀਂ ਲਿਆ, ਵਾਇਬਲ ਭਾਵ ਵੀ ਇੱਕ ਡਿਪੈਂਡੇਬਲ ਆਪੋਜੀਸ਼ਨ ਵਜੋਂ। ਜੀ ਜੀ ਜੀ। ਤੇ ਇਹ ਦੋ ਜਿਹੜੇ ਵੱਡੇ ਫੈਕਟਰ ਨੇ ਹਾਂਜੀ ਧਿਰ ਦਾ ਪੈਦਾ ਹੋਣ ਦੇ। ਮਤਲਬ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਤੁਹਾਨੂੰ ਇੱਕ ਸਫਾਲੋਜਿਸਟ ਹੋਣ ਦੀ ਲੋੜ ਨਹੀਂ ਹੈਗੀ ਹਾਂਜੀ, ਇਹ ਜਾਣਨ ਲਈ ਕਿ ਲੋਕਾਂ ਨੇ ਤੀਜੀ ਧਿਰ ਨੂੰ ਵੋਟਾਂ ਚੰਗੀ ਤਰ੍ਹਾਂ ਪਾਈਆਂ ਜੀ। ਇਹ ਹੁਣ ਉਹ ਵੱਖਰੀ ਗੱਲ ਹੈ ਕਿ ਬਿਲਕੁਲ ਨਵੀਂ ਪਾਰਟੀ ਕਿੰਨੀ ਉੱਪਰਦੀ ਹੈ ਕਿੰਨੀ ਨਹੀਂ ਉੱਪਰਦੀ, ਪਰ ਇਹ ਗੱਲ ਤਾਂ ਹੁਣ ਵੀ ਸਾਰਿਆਂ ਨੂੰ ਪਤਾ ਕਿ ਵੋਟਾਂ ਨੂੰ ਚੰਗੀਆਂ ਚੋਖੀਆਂ ਪੈ ਗਈਆਂ ਜੀ 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 ਜੀ। ਸੋ ਜੀ ਇੱਕ ਗੱਲ, ਬਾਦਲ ਸਾਹਿਬ ਤੋਂ ਸਿਆਣਾ ਕੋਈ ਨਹੀਂ ਹਾਂਜੀ। ਕੀ ਕਾਰਨ ਸੀ ਉਹ ਦੱਸਣਗੇ ਕਿ ਉਹ ਲੋਕਾਂ ਨੂੰ ਇਹ ਕਹਿੰਦੇ ਰਹੇ, ਕਹਿ ਰਹੇ ਸਨ ਚੋਣਾਂ ਤੋਂ 2 ਜਾਂ 3 ਹਫ਼ਤੇ ਪਹਿਲਾਂ ਕਿ ਜੀ ਤੁਸੀਂ ਸਾਡੇ ਕਰਕੇ ਮੋਦੀ ਨੂੰ ਨਾ ਹਰਾ ਦਿਓ। ਅੱਛਾ 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 ਅੱਛਾ, ਠੀਕ ਹੈ। ਮੋਦੀ ਦੇ ਨਾਂ ਤੇ ਪਹਿਲੀ ਵਾਰੀ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸੇ ਭਾਜਪਾ ਨੇਤਾ ਦੇ ਨਾਂ ਤੇ ਵੋਟਾਂ ਮੰਗਣੀਆਂ ਪੈ ਗਈਆਂ, ਨਹੀਂ ਤਾਂ ਵੋਟਾਂ ਤਾਂ ਉਹਨਾਂ ਦੇ ਆਪਣੀ ਪਰਸਨੈਲਿਟੀ ਦੇ ਨਾਂ ਤੇ ਪੈਂਦੀਆਂ ਸੀ। ਜੀ 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 ਜੀ। ਆਈਪੀ ਜੀ, ਇੱਕ ਚੀਜ਼ ਦੱਸੋਗੇ, ਜੇਕਰ ਪੰਜਾਬ ਦੀ ਗੱਲ ਲਈ ਜਾਏ, ਪੰਜਾਬ ਦੀ ਜਿਸ ਤਰ੍ਹਾਂ ਸੋਚ ਹੈਗੀ ਸੀ, ਜਿਵੇਂ ਖੁਸ਼ਵੰਤ ਸਿੰਘ ਹੋਰਾਂ ਨੇ ਵੀ ਆਪਣੀ ਕਿਤਾਬ ਵਿੱਚ ਲਿਖਿਆ, ਕਹਿੰਦੇ ਕਿ ਮੈਂ ਇੱਕ ਵਾਰ ਇੱਕ ਟੈਕਸੀ ਦੇ ਵਿੱਚ ਜਾ ਰਿਹਾ ਸੀ ਤੇ ਜਿਹੜੇ ਟੈਕਸੀ ਡਰਾਈਵਰ ਸੀ ਉਹਨੂੰ ਪੁੱਛਿਆ
ਕਿ ਭਾਈ ਤੂੰ ਐਤਕੀ ਵੋਟਾਂ ਕਿਹਨੂੰ ਪਾਏਗਾ? ਕਹਿੰਦਾ ਜੀ ਪੰਥ ਨੂੰ ਪਾਣੀ ਹੈ। ਉਹਨਾਂ ਕਿਹਾ, ਕਹਿੰਦੇ ਤੂੰ ਦਾੜੀ ਦੀ ਤੇ ਪੂਰੀ ਆਪਣੀ ਬੇਦਬੀ ਕੀਤੀ ਹੋਈ ਹੈ। ਕਹਿੰਦਾ ਮੈਂ ਦਾੜੀ ਦੀ ਕੀਤੀ ਹੈ ਪਰ ਵੋਟ ਤਾਂ ਪੰਥ ਨੂੰ ਹੀ ਪਾਣੀ ਹੈ ਨਾ। ਕਹਿੰਦਾ ਪੰਥ ਦੀ ਤੇ ਨਹੀਂ ਨਾ ਕੀਤੀ ਹੋਈ। ਕਹਿੰਦਾ ਸੋ ਇਹ ਜਿਹੜਾ ਇੱਕ ਕੋਈ ਚੋਇਸ ਨਹੀਂ ਸੀ, ਕੋਈ ਰਸਤਾ ਨਹੀਂ ਸੀ, ਬਗੈਰ ਸੋਚਿਆ ਕਿ ਜਿਹੜਾ ਲੋਕਾਂ ਦਾ ਸੀ ਕਿ ਪੰਥ ਅਕਾਲੀ ਦਲ ਨੂੰ ਵੋਟ ਪਾਣੀ ਜਾਂ ਪੰਥ ਨੂੰ ਵੋਟ ਪਾਣੀ ਸੀ, ਭਾਵੇਂ ਉਹਦਾ ਕਾਨੂੰਨੀ ਤੌਰ ਤੇ ਜਿਹੜਾ ਮਰਜ਼ੀ ਸਰੂਪ ਬਦਲ ਗਿਆ। ਇਹ ਕੀ ਪਹਿਲੀ ਵਾਰ ਹੋਇਆ ਹੈ ਕਿ ਇਸ ਤੋਂ ਲੋਕ ਪਿੱਛੇ ਹਟ ਗਏ ਹੈ ਔਰ ਆਮ ਲੋਕ ਹਟ ਗਏ ਹੈ, ਪੇਂਡੂ ਲੋਕ ਵੀ ਹਟ ਗਏ ਹੈ? ਦੇਖੋ ਇਹ ਵਾਲਾ ਫਿਨੋਮਨਾ ਪਹਿਲੀ ਵਾਰੀ ਆ ਤੇ ਨਵਾਂ ਆ। ਹਾਂਜੀ, ਜਦੋਂ ਵੀ ਅਕਾਲੀ ਦਲ ਪਹਿਲਾਂ ਬਦਲਵੇਂ ਤੋਂ ਉੱਪਰ ਦੀ ਰਹੀ ਆ, ਉਹ ਅਕਾਲੀ ਦਲ ਦੇ ਵਿੱਚੋਂ ਹੀ ਉਹ ਤੇ ਉੱਪਰ ਦੀ ਰਹੀ ਆ। ਜੀ ਜੀ, ਉਹ ਕੋਈ ਤੀਸਰੀ ਸੈਕੂਲਰ ਕੋਈ ਆਪਣੀ ਨੈਸ਼ਨਲ ਪਾਰਟੀ ਨਹੀਂ ਸੀ ਹੁੰਦੀ। ਹਾਂਜੀ, ਇਹ ਪਹਿਲੀ ਵਾਰੀ ਆ ਕਿ ਇੱਕ ਨੈਸ਼ਨਲ ਪਾਰਟੀ ਇਹਨਾਂ ਦੇ ਆਧਾਰ ਨੂੰ ਜੀ ਇਹਨਾਂ ਲਈ ਥ੍ਰੈਟ ਬਣ ਰਹੀ ਹੈ ਜਾਂ ਖੋਰਾ ਲਾ ਰਹੀ ਹੈ। ਜੀ ਜੀ, ਤੇ ਉਹਦਾ ਇੱਕ ਗੱਲ ਇਹ ਵੀ ਹੈਗੀ ਹੈ ਕਿ ਇਹ ਜਿਹੜੇ ਪੰਥ ਜਿਹੜੀ ਇਹਨਾਂ ਦੀ ਪਛਾਣ ਹੈ ਆਪਣੀ ਪੰਥਕ, ਉਹ ਵੀ ਡਿਲੂਟ ਹੋਈ ਹੈ। ਸਿਰਫ ਕੰਸਟੀਟਿਊਸ਼ਨ ਦੀ ਗੱਲ ਨਹੀਂ ਹੈਗੀ ਕਿ ਤੁਹਾਡਾ ਜਿਹੜਾ ਕੰਡਕਟ ਆ ਉਹ ਕਿੰਨਾ ਕੁ ਪੰਥਕ ਆ। ਇਹ ਥੋੜਾ ਹੁੰਦਾ ਕਿ ਜੇ ਤੁਸੀਂ ਸ਼੍ਰੋਮਣੀ ਕਮੇਟੀ ਕੰਟਰੋਲ ਕਰਦੇ ਹੋ, ਤੁਸੀਂ ਕਲਰਜੀ ਨੂੰ ਕੰਟਰੋਲ ਕਰਦੇ ਹੋ, ਤੁਸੀਂ ਪੰਥਕ ਹੋ ਗਏ। ਜੀ 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 ਜੀ, ਉਹ ਵੀ ਤਾਂ ਦੇਖੋ ਹੁਣ ਸ਼੍ਰੋਮਣੀ ਕਮੇਟੀ ਦੇ ਕਲਰਜੀ ਕੀ ਕਰ ਰਹੀ ਹੈ। ਜੀ ਜੀ ਜੀ, ਆਈਪੀ ਜੀ ਇੱਕ ਚੀਜ਼ ਦੱਸੋਗੇ ਕਿ ਜਿਹੜਾ ਐਤਕੀ ਇਹ ਵੀ ਬੜਾ ਸੁਣਨ ਵਿੱਚ ਆਇਆ ਹੈ ਕਿ ਆਮ ਲੋਕਾਂ ਨਾਲ ਵੀ ਜੇ ਗੱਲ ਕੀਤੀ ਗਈ ਤਾਂ ਉਹ ਕਹਿੰਦੇ ਜੀ ਕਿਹੜਾ ਕੈਂਡੀਡੇਟ ਖੜਾ ਸਾਨੂੰ ਨਹੀਂ ਪਤਾ, ਸਾਨੂੰ ਤੇ ਆਪਣੇ ਚੋਣ ਨਿਸ਼ਾਨ ਦਾ ਪਤਾ, ਅਸੀਂ ਝਾੜੂ ਨੂੰ ਪਾਣਾ। ਕੀ ਇਹ ਪਹਿਲੀ ਵਾਰ ਹੋਇਆ? ਨਹੀਂ, ਇਸ ਤੋਂ ਪਹਿਲਾਂ ਜਦੋਂ ਜੇ ਤੁਹਾਨੂੰ ਯਾਦ ਹੋਵੇ 99 ਦਾ ਇਲੈਕਸ਼ਨ, ਤਾਂ ਉਦੋਂ ਵੀ ਲੋਕਾਂ ਨੇ ਕੈਂਡੀਡੇਟ ਨਹੀਂ ਸੀ ਵੇਖਿਆ ਤੇ ਬਿਲਕੁਲ ਅਣਜਾਣ, ਹਾਂਜੀ, ਜਿਹੜੇ ਜਿਹਨੂੰ ਕੋਈ ਜਾਣਦਾ ਨਹੀਂ ਸੀ, ਉਹ ਵੀ ਕੈਂਡੀਡੇਟ ਵੱਡੇ ਮਾਰਜਨ ਜੀ 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 ਜੀ। ਇਹ ਤਾਂ ਦੇਖੋ ਇਹ ਵੱਖ-ਵੱਖ ਮੌਕਿਆਂ ਤੇ ਵੱਖ ਪਾਰਟੀਆਂ ਨਾਲ ਹੁੰਦਾ ਆ। ਜੀ ਜੀ, ਜਦੋਂ ਲੋਕਾਂ 'ਚ ਇੱਕ ਗੁੱਸਾ ਹੋਵੇ ਫਿਰ ਉਹ ਕੈਂਡੀਡੇਟ ਨਹੀਂ ਦੇਖਦੇ, ਉਹ ਪਾਰਟੀ ਨੂੰ ਦੇਖਦੇ ਆ ਜਾਂ ਉਹਦੇ ਜਿਹੜਾ ਕੋਈ ਵੱਡਾ ਨੇਤਾ ਪ੍ਰਮੁੱਖ ਜੀ ਉਹਨੂੰ ਦੇਖਦੇ ਆ ਤੇ ਕੰਮ ਕਰ ਦਿੰਦੇ ਆ। ਠੀਕ ਹੈ ਠੀਕ ਹੈ, ਤੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਐਤਕੀ ਜਿਹੜਾ ਅਗਰ ਜੇ ਇਸ ਨੂੰ ਥੋੜਾ ਜਿਹਾ ਅਸੀਂ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰੀਏ, ਇਹ ਲੋਕਾਂ ਦਾ ਗੁੱਸਾ ਜਿਹੜਾ ਸੀ ਸੱਤਾਧਾਰੀ ਪਾਰਟੀ ਵੱਲ ਸੀ ਜਾਂ ਕੇਜਰੀਵਾਲ ਦੀ ਹਮਾਇਤ ਵਿੱਚ ਸੀ? ਕਿਹੜਾ ਫੈਕਟਰ ਜ਼ਿਆਦਾ ਭਾਰਾ ਹੋਇਆ? ਦੋਵੇਂ ਤਰ੍ਹਾਂ ਦਾ ਹੈ। ਉਹ ਡਿਸਪੇਅਰ ਤੇ ਹੋਪ ਹਾਂਜੀ ਬਰਾਬਰ ਸੀਗਾ। ਠੀਕ ਹੈ, ਮਤਲਬ ਜਿਨ੍ਹਾਂ ਦਾ ਗੁੱਸਾ ਨਹੀਂ ਵੀ ਸੀ, ਕੁਝ ਲੋਕਾਂ ਨੂੰ ਉਸ ਤੋਂ ਆਸਾਂ ਸੀਗੀਆਂ ਤਾਂ ਕਰਕੇ ਉਧਰ ਚਲਾ ਗਿਆ। ਹਾਂ ਬਿਲਕੁਲ 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 ਜੀ ਜੀ। ਤੇ ਆਈਪੀ ਜੀ ਇੱਕ ਚੀਜ਼ ਦੱਸੋ, ਪਰ ਕੀ ਅਸੀਂ ਜਿਹੜੀ ਰਾਜਨੀਤੀ ਹੈ ਜਿਹੜੀ ਹਿੰਦੁਸਤਾਨ ਦੀ ਔਰ ਸਾਡੀ ਜਿਹੜੀ ਪੰਜਾਬ ਦੀ ਵੀ ਖਾਸ ਕਰਕੇ ਇੱਕ ਵਿਅਕਤੀ ਪੂਜਾ ਜਾਂ ਪਰਸਨੈਲਿਟੀ ਕਲਟ ਵੱਲ ਨਹੀਂ ਅਸੀਂ ਜਾ ਰਹੇ ਕਿ ਜੇ ਵੋਟ ਪਾਣੀ ਹੈ ਕਿਹਨੂੰ, ਬਾਦਲ ਸਾਹਿਬ ਨੂੰ ਪਾਣੀ ਹੈ, ਮੋਦੀ ਸਾਹਿਬ ਨੂੰ ਪਾਣੀ ਹੈ, ਕੇਜਰੀਵਾਲ ਜੀ ਨੂੰ ਪਾਣੀ ਹੈ, ਮੁੜ ਤੁੜ ਕੇ ਫਿਰ ਇੱਕ ਜਿਹੜੀਆਂ ਆਈਡੀਓਲੋਜੀ ਜਾਂ ਸਿਧਾਂਤਾਂ ਦੀ ਜਾਂ ਉਹਨਾਂ ਦੀ ਗੱਲ ਨਹੀਂ ਹੁੰਦੀ, ਵਿਅਕਤੀ ਦੇ ਉੱਤੇ ਆ ਜਾਂਦੀ ਹੈ ਕਿ ਜੋ ਕਰ ਦੇਗਾ ਠੀਕ ਕਰੇਗਾ। ਨਹੀਂ, ਅਸੀਂ ਉੱਧਰ ਜਾ ਨਹੀਂ ਰਹੇ, ਅਸੀਂ ਪਹਿਲਾਂ ਹੀ ਉੱਧਰ ਹੈਗੇ ਆ। ਸਾਡਾ ਜਿਹੜਾ ਖਾਸਾ ਆ, ਸਾਡਾ ਜਿਹੜਾ ਕਰੈਕਟਰ ਆ, ਹਾਂਜੀ, ਉਹ ਆਲਰੇਡੀ ਉਹੀ ਆ ਜੀ। ਜਿਹੜੇ ਲੋਕ ਵੀ ਨੇ ਉਹ ਡੈਮੋਕ੍ਰੇਸੀ ਦੇ ਵੋਟਰਸ ਵਾਂਗੂ ਨਹੀਂ ਬਿਹੇਵ ਕਰਦੇ ਜੀ, ਰਾਜੇ ਦੀ ਪ੍ਰਜਾ ਵਾਂਗੂ ਬਿਹੇਵ ਕਰਦੇ ਆ। ਜੀ 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 ਜੀ। ਹੋਰ ਕੀ ਕਾਰਨ ਹੋ ਸਕਦਾ ਕਿ ਗਾਂਧੀ ਪਰਿਵਾਰ ਦਾ ਇੰਨੇ ਸਾਲਾਂ ਦਾ ਕਬਜ਼ਾ ਹੋਵੇ? ਹਾਂਜੀ, ਹੋਰ ਕੀ ਕਾਰਨ ਹੋ ਸਕਦਾ ਹਾਂਜੀ ਕਿ ਹਰ ਮੋਦੀ ਵਰਗਾ ਨਾਰਾ ਲੱਗੇ? ਜੀ 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 ਜੀ, ਜਿਹੜਾ ਸਿਰਫ ਭਗਵਾਨ ਲਈ ਰਿਜ਼ਰਵ ਸੀ ਨਾਰਾ, ਉਹ ਵੀ ਲਾਇਆ ਜਾਂਦਾ ਸੀ, ਉਹ ਮੋਦੀ ਲਈ ਲੱਗ ਜਾਵੇ। ਇਹ ਕੀ ਹੈ? ਇਹੀ ਹੈ ਨਾ ਗੱਲ। ਜੀ ਜੀ, ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ, ਇੱਥੋਂ ਨਿਕਲਦਾ ਬਿਲਕੁਲ। ਹਾਂ, ਦੇਵਕਾਂਤ ਬਰੂਆ ਨੇ ਇਹ ਕਿਹਾ ਸੀ। ਸਾਡਾ ਆਪਣਾ ਖਾਸਾ ਹੀ ਇਹ ਆ। ਹਾਂਜੀ 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 ਹਾਂਜੀ, ਠੀਕ ਹੈ। ਤੇ ਆਈਪੀ ਜੀ ਇੱਕ ਬੇਨਤੀ ਹੈ ਛੋਟੀ ਜੀ, ਹੋਰ ਤੁਹਾਡੇ ਨਾਲ 2-4 ਮਿੰਟ ਲਗਾਵਾਂਗੇ, ਇੱਕ ਛੋਟਾ ਜਿਹਾ ਵਕਫਾ ਹੈ ਤੇ ਤੁਸੀਂ ਕਿਰਪਾ ਕਰਕੇ ਲਾਈਨ ਤੇ ਬੜਿਓ। ਠੀਕ ਹੈ, ਥੈਂਕ ਯੂ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅਸੀਂ ਗੱਲਬਾਤ ਕਰ ਰਹੇ ਹਾਂ ਟਾਈਮਜ਼ ਆਫ ਇੰਡੀਆ ਦੇ ਸੀਨੀਅਰ ਪੱਤਰਕਾਰ ਆਈਪੀ ਸਿੰਘ ਜੀ ਨਾਲ,
ਜਿਹੜੇ ਕਾਫੀ ਵਿਸਥਾਰ ਨਾਲ ਸਾਨੂੰ ਹਾਲਾਤ ਦਾ ਵਿਸ਼ਲੇਸ਼ਣ ਕਰ ਰਹੇ ਹਨ। IP ਜੀ, ਤੁਹਾਡਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ। ਵਕਫੇ ਦੇ ਬਾਅਦ ਤੁਹਾਡੇ ਅਸੀਂ 2-4 ਮਿੰਟ ਹੋਰ ਲਵਾਂਗੇ ਤੇ ਇੱਕ ਦੋ ਛੋਟੇ ਸਵਾਲ ਹੈ ਜੇ ਤੁਸੀਂ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਸਕੋ। ਐਤਕੀ ਦੀਆਂ ਚੋਣਾਂ ਦੇ ਵਿੱਚ ਪਹਿਲੇ ਹੁੰਦਾ ਸੀ ਸਾਰੇ ਦਾ ਸਾਰਾ ਮੀਡੀਆ ਜਿਹੜਾ ਸੀ ਇੱਕੋ ਇੱਕ ਦੂਰਦਰਸ਼ਨ ਹੁੰਦਾ ਸੀ, ਆਕਾਸ਼ਵਾਣੀ ਹੁੰਦੀ ਸੀ, ਜੋ ਆਕਾਸ਼ਵਾਣੀ ਹੋ ਗਈ ਉਹੀ ਭਵਿਸ਼ਵਾਣੀ ਹੁੰਦੀ ਸੀ, ਉਹੀ ਸਾਰਾ ਹੁੰਦਾ ਸੀ। ਅਖਬਾਰਾਂ ਵੀ ਬਿਲਕੁਲ ਕੁਝ ਅਦਾਰਿਆਂ ਦੀ, ਕੁਝ ਘਰਾਣਿਆਂ ਦੀ ਹੁੰਦੀ ਸੀ। ਐਤਕੀ ਦੀਆਂ ਚੋਣਾਂ ਦੇ ਵਿੱਚ ਇਹ ਜਿਹੜਾ WhatsApp ਹੋ ਗਿਆ, Facebook ਹੋ ਗਿਆ, YouTube ਹੋ ਗਿਆ, ਸੋਸ਼ਲ ਮੀਡੀਆ ਦਾ ਕਿੰਨਾ ਕੁ ਪ੍ਰਭਾਵ ਪਿਆ ਤੇ ਕਿੰਨਾ ਕੁ ਪ੍ਰਭਾਵਸ਼ਾਲੀ ਹੈ ਔਰ ਅੱਗੋਂ ਕੀ ਹੋਏਗਾ ਇਹਦਾ? ਦੇਖੋ, ਜਿਹੜਾ ਸੋਸ਼ਲ ਮੀਡੀਆ ਦੇ ਪ੍ਰਭਾਵ ਦੀ ਗੱਲ ਆ ਨਾ, ਇਹ ਤਾਂ ਤੁਸੀਂ ਦੋ ਵੱਡੀਆਂ ਪਾਰਟੀਆਂ ਨੂੰ ਪੁੱਛ ਕੇ ਦੇਖੋ ਜੀ ਜੀ, ਬਾਹਰ ਨਾ ਵੀ ਜਾਈਏ ਨਾ, ਤੇ ਕੀ ਹੋਇਆ ਜੀ। ਜਿਹੜੀ ਨਾ ਦੂਰਦਰਸ਼ਨ ਤੇ ਆਕਾਸ਼ਵਾਣੀ ਦੀ ਜਿਹੜੀ ਹੈਜਮਨੀ ਸੀਗੀ ਇਨਫੋਰਮੇਸ਼ਨ ਤੇ ਜੀ, ਤੇ ਜਿਹੜੀ ਜਿਹਨੂੰ ਸੱਤਾਧਾਰੀ ਧਿਰ ਕੰਟਰੋਲ ਵੀ ਕਰਦੀ ਸੀ ਤੇ ਇਹ ਬਸ਼ਰਮਾ ਵਾਂਗ ਉਹਦੇ ਲਈ ਕੰਮ ਵੀ ਕਰਦੇ ਸੀ ਜੀ, ਉਹਦੀ ਤਾਂ ਹੁਣ ਉਹ ਤਾਂ ਖਤਮ ਹੋ ਹੀ ਗਈ ਨਾ ਕਿ ਉਹ ਚਲੋ ਆਲਟਰਨੇਟ ਜਿਹੜੇ ਚੈਨਲ ਹੋਰ ਪ੍ਰਾਈਵੇਟ ਚੈਨਲ ਜਿਹੜੇ ਆ ਗਏ ਜੀ, ਉਹਨਾਂ ਨੇ ਖਤਮ ਕਰਤੀ। ਹੁਣ ਜਿਹੜੀ ਇੱਕ ਮੀਡੀਆ ਦੀ ਇੱਕ ਆਪਣੀ ਡੋਮੀਨੈਂਸ ਸੀ, ਉਹਨੂੰ ਸੋਸ਼ਲ ਮੀਡੀਆ ਵੱਲੋਂ ਇੱਕ ਆਲਟਰਨੇਟ ਵਜੋਂ ਬੜਾ ਵੱਡਾ ਚੈਲੰਜ ਹੈ ਇਨਫੋਰਮੇਸ਼ਨ ਦੇ ਸਪਰੈਡ ਲਈ। ਹੁਣ ਇਹ ਨਹੀਂ ਹੈਗਾ ਕਿ ਤੁਸੀਂ ਕਿਸੇ ਇਨਫੋਰਮੇਸ਼ਨ ਨੂੰ ਰੋਕ ਸਕਦੇ ਹੋ ਜੀ ਜੀ ਜੀ। ਆਲਟਰਨੇਟ ਜਿਹੜੀ ਇਨਫੋਰਮੇਸ਼ਨ ਹੈ, ਜਿਹੜੀ ਜਿਹਨੂੰ ਕੋਈ ਸਰਕਾਰ ਜਾਂ ਵੱਡੀ ਧਿਰ ਦਬਾਉਣਾ ਵੀ ਚਾਹਵੇ, ਉਹ ਵੀ ਬਾਹਰ ਆ ਜਾਂਦੀ ਹੈ ਜੀ ਜੀ। ਤੇ ਪਰ IP ਜੀ, ਇੱਕ ਚੀਜ਼ ਵੇਖਣ ਵਿੱਚ ਆਇਆ ਹੈ, ਇਹਦੇ ਵਿੱਚ ਇਹ ਜਿਹੜਾ ਮੀਡੀਆ ਹੈ ਇਹਦੇ ਕੋਲ ਤਾਕਤ ਤਾਂ ਆ ਗਈ ਪਰ ਕੋਈ ਜ਼ਿੰਮੇਵਾਰੀ ਨਹੀਂ ਹੈ। ਜੋ ਮਰਜ਼ੀ ਲਿਖ ਰਹੇ ਹੈ, ਕਈ ਦਫਾ ਬਿਲਕੁਲ ਫੇਕ ਵੀ ਹੈ, ਕਈ ਦਫਾ ਗਲਤ ਵੀ ਹੈ, ਕਈ ਦਫਾ ਬੜਾ ਵਾਇਲੈਂਟ ਵੀ ਹੈ, ਉਹ ਸਾਰਾ ਕੁਛ ਹੈ। ਇਹ ਫਿਰ ਕਿੱਦਾਂ ਇਹਦਾ ਤਾਲਮੇਲ ਬੈਠੇਗਾ ਸਮਾਜ ਦੇ ਨਾਲ? ਇਹ ਤਾਂ ਗੱਲਾਂ ਹੈਗੀਆਂ ਨੇ ਕਿ ਕਈ ਵਾਰੀ ਬੜਾ ਕੁਛ ਜਿਹੜਾ ਅਫਵਾਹਾਂ ਦਾ, ਰਿਊਮਰ ਮੌਂਗਰਿੰਗ ਦਾ ਜ਼ਰੀਆ ਵੀ ਇਹ ਮੀਡੀਆ ਜੀ ਬਣ ਰਿਹਾ ਜੀ। ਪਰ ਤੁਸੀਂ ਇਹ ਵੀ ਤਾਂ ਦੇਖੋ ਨਾ, ਜੇ ਕੋਈ ਚੈਨਲ ਇੱਕ ਧਿਰ ਨਾਲ ਰਲ ਕੇ ਚੱਲੇ ਜੀ, ਉਹ ਵੀ ਤਾਂ ਭੈੜਾ ਨਾ। ਮਤਲਬ ਇਹ ਦੇਖੋ ਵੀ ਹੁਣ WhatsApp ਰਾਹੀਂ ਮੈਂ ਹੁਣ ਕਈ ਜਗ੍ਹਾ ਤੇ ਜਿੱਥੇ ਦੇਖਿਆ ਕਿ ਬਿਲਕੁਲ ਹੀ ਜਾਲੀ ਅਫਵਾਹਾਂ, ਜਿਹੜੀ ਅਫਵਾਹ ਜਾਲੀ ਹੁੰਦੀ ਹੈ, ਉਹਨੂੰ ਖਬਰ ਬਣਾ ਕੇ ਪੇਸ਼ ਕਰਨ ਦਾ ਜਿਹੜਾ ਟ੍ਰੈਂਡ ਆ ਜੀ। ਇਵਨ ਮੁਜ਼ੱਫਰਪੁਰ ਦੇ ਦੰਗਿਆਂ ਦੌਰਾਨ, ਮੁਜ਼ੱਫਰਨਗਰ ਸੌਰੀ, ਹਾਂਜੀ, ਉਹ ਸਾਹਮਣੇ ਆ ਚੁੱਕਾ ਚੰਗੀ ਤਰ੍ਹਾਂ ਜੀ। ਤੇ ਕਿੱਦਾਂ WhatsApp ਰਾਹੀਂ ਉਹ ਅਫਵਾਹਾਂ ਫੈਲਾਈਆਂ ਗਈਆਂ ਜੀ, ਹੁਣ ਵੀ ਉਹ ਅਫਵਾਹਾਂ ਆ ਰਹੀਆਂ ਜੀ ਜੀ ਜੀ। ਇਹ ਤਾਂ ਹੈ ਹੀ ਹੈ ਹਾਂਜੀ ਹਾਂਜੀ। ਇਹ ਕੰਟੈਂਟ ਕੰਟਰੋਲ ਤਾਂ ਮੇਰੇ ਖਿਆਲ ਵਿੱਚ ਇਹਦੇ ਤੇ ਜਿਹੜਾ ਡਿਬੇਟ ਚੱਲੇਗਾ ਤੇ ਇਹਨੂੰ ਇਹ ਸਟਿਫਲਿੰਗ ਨਹੀਂ ਹੋਣਾ ਚਾਹੀਦਾ ਕੁਝ ਵੀ। ਠੀਕ ਹੈ ਠੀਕ ਹੈ, ਯਾਨੀ ਆਪਣੇ ਆਪ ਹੀ ਇਹਦੇ ਚੋਂ ਜ਼ਿੰਮੇਵਾਰੀ ਵੀ ਨਿਕਲੇਗੀ ਠੀਕ ਹੈ। ਅੱਛਾ, ਇੱਕ ਚੀਜ਼ ਦੱਸੋ, ਜਿਹੜਾ ਇੱਕ ਬਹੁਤ ਵੱਡਾ ਜਿਹੜਾ ਗਿਲਾ ਸੀ, ਸ਼ਿਕਵਾ ਸੀ, ਔਰ ਜਿਸ ਨੂੰ ਪਹਿਲੀ ਦਫਾ ਸ਼ਾਇਦ ਕੇਜਰੀਵਾਲ ਨੇ ਉਭਾਰ ਕੇ ਸਾਹਮਣੇ ਇਹਨੂੰ ਕੰਪਲੇਂਟ ਦੇ ਤੌਰ ਤੇ ਲਿਆਂਦਾ ਕਿ ਤਕਰੀਬਨ ਸਾਰੇ ਦਾ ਸਾਰਾ ਮੀਡੀਆ ਜਿਹੜਾ ਹੈ ਵਿਕਿਆ ਹੋਇਆ ਹੈ, ਉਹ ਦੋਨੋਂ ਪਾਰਟੀਆਂ ਕੰਟਰੋਲ ਕਰਦੀਆਂ। ਪਰ ਇਸ ਦੇ ਬਾਵਜੂਦ ਮੈਂ ਉਸ ਗੱਲ ਵਿੱਚ ਨਹੀਂ ਜਾਣਾ ਚਾਹਾਂਗਾ, ਪਰ ਇਹ ਕੀ ਗੱਲ ਹੈ ਕਿ ਉਸੇ ਮੀਡੀਆ ਜਿਨ੍ਹਾਂ ਤੇ ਦੋਸ਼ ਲੱਗਦੇ ਆ, ਉਹਨਾਂ ਦੇ ਜਿਹੜੇ ਜਰਨਲਿਸਟ ਹੈ, ਪੱਤਰਕਾਰ ਹੈ, ਉਹ ਖੁੱਲ੍ਹ ਕੇ ਜਦੋਂ ਲਿਖ ਰਹੇ ਹੈ, ਆਪਣੇ ਨਿੱਜੀ ਵਿਚਾਰ ਦੇ ਰਹੇ ਹੈ, ਤੇ ਬਿਲਕੁਲ ਉਹ ਸਪਸ਼ਟ ਤੌਰ ਤੇ ਦੇ ਰਹੇ ਹੈ, ਕਿਸੇ ਕਿਸਮ ਦੀ ਕੋਈ ਪੱਖਪਾਤ ਨਹੀਂ ਦੋਸ਼ ਲੱਗ ਸਕਦਾ ਉਹਨਾਂ ਤੇ। ਇਹ ਕੀ ਕਾਰਨ? ਦੇਖੋ, ਇੱਕ ਗੱਲ ਹੁੰਦੀ ਹੈ, ਕਦੇ ਨਾ ਸਾਰੇ ਨਹੀਂ ਹੁੰਦੇ ਜੀ, ਸਾਰੇ ਭ੍ਰਿਸ਼ਟ ਨਹੀਂ ਹੁੰਦੇ, ਸਾਰੇ ਇਮਾਨਦਾਰ ਨਹੀਂ ਹੁੰਦੇ, ਸਾਰੇ ਵਿਕੇ ਨਹੀਂ ਹੁੰਦੇ ਜੀ ਜੀ ਜੀ। ਸਾਰੇ ਚੰਗੇ ਨਹੀਂ ਹੁੰਦੇ, ਸਾਰੇ ਮੰਦੇ ਨਹੀਂ ਹੁੰਦੇ, ਸਾਰੇ ਸੁਸਾਧ ਨਹੀਂ ਹੁੰਦੇ, ਸਾਰੇ ਚੋਰ ਨਹੀਂ ਹੁੰਦੇ ਜੀ ਜੀ ਜੀ। ਬਸ ਇਹੀ ਗੱਲ। ਠੀਕ ਹੈ ਠੀਕ ਹੈ। ਤੇ ਜਿਹੜਾ ਐਤਕੀ ਦੀਆਂ ਚੋਣਾਂ 'ਚ ਇੱਕ ਹੋਰ ਬੜਾ ਅਜੀਬ ਜਿਹਾ ਫੈਨੋਮੈਨਨ ਉੱਭਰ ਕੇ ਸਾਹਮਣੇ ਆਇਆ ਹੈ ਕਿ ਐਤਕੀ ਸ਼ਬਦਾਵਲੀ ਔਰ ਭਾਸ਼ਾ ਜਿਹੜੀ ਹੈ ਉਹ ਬੜੀ ਹੀ ਨੀਵੇਂ ਪੱਧਰ ਦੀ ਇਸਤੇਮਾਲ ਕੀਤੀ ਗਈ, ਜਿਹੜੀ ਇਸ ਤੋਂ ਪਹਿਲੇ ਨਹੀਂ ਸੀ ਹੋਈ। ਇਸ ਦਾ ਕੀ ਕਾਰਨ ਹੈ? ਕੀ ਲੋਕਾਂ ਇਹਨਾਂ ਦਾ? ਮੈਨੂੰ ਨਹੀਂ ਲੱਗਦਾ ਕਿ ਇਹ ਐਤਕੀ ਉਹ ਬਹੁਤਾ ਨੀਵਾਂ ਪੱਧਰ ਗਿਆ। ਉਹ ਹਰ ਵਾਰੀ ਇੱਦਾਂ ਜਾਂਦਾ ਹੀ ਆ। ਉਹ ਸਾਨੂੰ, ਕਿਉਂਕਿ ਸਾਡੇ ਲਈ ਅਸੀਂ ਉਸ ਸਿਚੁਏਸ਼ਨ ਚੋਂ ਪ੍ਰੈਜ਼ੈਂਟ ਚੋਂ ਲੰਘ ਰਹੇ ਹੁੰਦੇ ਆ, ਇਹਦਾ ਮਤਲਬ ਸਾਡੀ ਲੱਗਦਾ। ਬਾਕੀ ਪਤਾ ਕੀ ਹੈ, ਐਤਕੀ ਨਾ ਵੈਸੇ ਜਿਹੜੇ ਸਟੇਕਸ ਹਰ ਵਾਰੀ ਹਾਈ ਹੁੰਦੇ ਨੇ ਜੀ, ਪਰ ਐਤਕੀ ਕੁਝ ਡਿਫਰੈਂਟ ਹੈਗਾ ਜੀ। ਡੂ ਔਰ ਡਾਈ, ਮਤਲਬ ਪੋਲੀਟੀਕਲ ਸਰਵਾਈਵਲ ਦੀ ਬੈਟਲ ਆ ਜੀ। ਬੜੀ ਮਤਲਬ ਬਹੁਤ ਨਾ, ਜਿਹਦੇ ਚ ਜਿਹਨੂੰ ਬਹੁਤ ਵਿਸ਼ੀਅਸ ਹੋ ਚੁੱਕੀ ਹੈ। ਇਹ ਫਰਕ ਹੈਗਾ ਐਤਕੀ ਜੀ ਜੀ, ਬਹੁਤ ਜ਼ਿਆਦਾ ਵਿਸ਼ੀਅਸ ਆ ਜੀ ਜੀ। ਹਰ ਇੱਕ ਨੂੰ ਡਰ ਲੱਗ ਰਿਹਾ
ਦੋ ਵੱਡੀਆਂ ਧਿਰਾਂ ਨੂੰ ਕਿ ਜੇ ਐਤਕੀ ਨਾ ਆਏ ਤਾਂ ਫਿਰ ਕਦੇ ਨਹੀਂ, ਅੱਛਾ ਐਲੀਮੀਨੇਸ਼ਨ ਵੱਲ ਨੂੰ ਗੱਲ ਜਾ ਸਕਦੀ ਆ। ਠੀਕ ਹੈ। ਫਿਰ ਜਿਹੜੇ ਦੋਵਾਂ ਧਿਰਾਂ ਦੇ ਭ੍ਰਿਸ਼ਟਾਚਾਰ ਆ ਉਹਨਾਂ ਤੋਂ ਵੀ ਯਰਕਦੇ, ਹਾਲਾਂਕਿ ਬੜੀਆਂ ਥਾਵਾਂ ਤੇ ਕਦੇ ਏਦਾਂ ਤਾਂ ਨਹੀਂ ਹੋਇਆ ਵੀ ਇੱਕ ਧਿਰ ਨੇ ਆ ਕੇ ਦੂਜੀ ਟੰਗਤੀ, ਉਹ ਪਰ ਫਿਰ ਵੀ ਇੱਕ ਉਹ ਮਾਹੌਲ ਇੰਨਾ ਬਣ ਗਿਆ, ਉਹਦੀ ਪੋਲਰਾਈਜੇਸ਼ਨ ਇੰਨੀ ਸਟਰੋਂਗ ਹੋ ਗਈ। ਜੀ ਜੀ ਜੀ, ਮੇਰਾ ਸਿਰਫ ਅਖੀਰਲਾ ਸਵਾਲ ਹੈਗਾ ਕਿ ਐਤਕੀ ਯੰਗਰ ਜਨਰੇਸ਼ਨ ਦਾ ਇੰਨਾ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਾ, ਔਰ ਕੀ ਇਹ ਫੈਨੋਮੈਨਨ ਜਿਹੜਾ ਪਰਮਾਨੈਂਟ ਤੁਹਾਨੂੰ ਲੱਗਦਾ ਹੈ ਜਾਂ ਟੈਂਪਰੇਰੀ ਹੈ? ਇਹ ਅਖੀਰਲਾ ਮੇਰਾ ਸਵਾਲ ਹੈ। ਨਹੀਂ, ਇਹ ਤਾਂ ਰਹੇਗਾ। ਦੇਖੋ ਮੈਨੂੰ ਇਹ ਚ ਲੱਗਦਾ ਭਾਵੇਂ ਤੁਸੀਂ ਇੰਨਾ ਹਜ਼ਾਰ ਲੱਖ ਬੁਰਾ ਕਹੋ ਵੀ ਉਹਨੇ ਛੱਡਤੀ ਜਾਂ ਕਰਤੀ, ਇੱਕ ਉਹ ਜਿਹੜਾ ਨਾ ਇਹਨਾਂ ਦੀ ਮੂਵਮੈਂਟ ਨੇ ਨਾ, ਜਿਹੜੀ ਹਿੰਦੁਸਤਾਨ ਦੀ ਮਿਡਲ ਕਲਾਸ ਦੇ ਜਵਾਕ ਜੀ ਜਿਹੜੇ ਪਾਰਟਿਸਿਪੇਟ ਨਹੀਂ ਸੀ ਕਰਦੇ, ਜਿਹੜਾ ਫਰਕ ਹੈ ਨਾ, ਹਾਂਜੀ, ਉਹਨਾਂ ਦੀ ਪਾਰਟਿਸਿਪੇਸ਼ਨ ਨੂੰ ਜ਼ਰੂਰ ਵਧਾਤਾ ਆ, ਤੇ ਉਹਦੇ ਚ ਇੱਕ ਹਿੱਸਾ ਫਿਰ ਵੱਡਾ ਸੋਸ਼ਲ ਮੀਡੀਆ ਦਾ ਵੀ ਹੈਗਾ। ਠੀਕ ਹੈ, ਠੀਕ ਹੈ। ਇਹ ਏਦਾਂ ਨਹੀਂ ਹੈਗਾ, ਦੇਖੋ ਤੁਸੀਂ ਪਿਛਲੇ ਵੀ ਦੇਖੋ ਤਾਂ ਪਿਛਲੀ ਵਾਰੀ ਵੀ ਵੋਟਾਂ ਜ਼ਿਆਦਾ ਇੰਨੇ ਪਰਸੈਂਟੇਜ ਥੋੜੀ ਇੰਪਰੂਵ ਹੋਈ ਹੈ, ਠੀਕ ਹੈ, ਕੋਈ ਸ਼ੱਕ ਨਹੀਂਗਾ, ਹਾਂਜੀ, ਪਰ ਫਿਰ ਵੀ ਵੱਡੀ ਗਿਣਤੀ ਚ ਲੋਕ ਪਾਰਟਿਸਿਪੇਟ ਕਰਦੇ। ਹੁਣ ਫਰਕ ਇਹ ਹੈ ਵੀ ਉਹਦਾ ਨਾ ਸਾਰੇ ਕੁਝ ਦਾ ਸ਼ੋਅ ਆਫ ਥਰੂ ਜਿਹੜਾ ਮੀਡੀਆ, ਖਾਸ ਕਰਕੇ ਇਲੈਕਟ੍ਰੋਨਿਕ ਤੇ ਸੋਸ਼ਲ ਮੀਡੀਆ ਰਾਹੀਂ ਵੱਧ ਗਿਆ। ਅੱਗੇ ਏਦਾਂ ਤਾਂ ਨਹੀਂ ਸੀ ਨਾ, ਵੋਟ ਪਾ ਕੇ ਆ ਕੇ ਬੰਦਾ ਆਪਣੀ ਸੈਲਫੀ ਖਿੱਚ ਕੇ ਤੇ ਫੇਸਬੁੱਕ ਤੇ ਪਾਵੇ। ਠੀਕ ਹੈ, ਉਹ ਜਿਹੜਾ ਇੱਕ ਪਾਰਟਿਸਿਪੇਸ਼ਨ ਚ ਹੈਗੀ ਹੈ, ਉਹਦੇ ਚ ਪ੍ਰਾਈਡ ਇਨ ਦੈਟ, ਉਹ ਵਾਲਾ ਵੱਧ ਗਿਆ, ਉਹ ਐਲੀਮੈਂਟ ਵਧਿਆ ਡੈਫੀਨਿਟਲੀ। ਠੀਕ ਹੈ, ਠੀਕ ਹੈ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਆਈਪੀ ਸਿੰਘ ਜੀ, ਆਪਣਾ ਸਮਾਂ ਦੇਣ ਲਈ ਔਰ ਇਹ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਲਈ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ। ਸੋ ਪਿਆਰੇ ਦਰਸ਼ਕੋ, ਇਹ ਸਨ ਆਈਪੀ ਸਿੰਘ, ਟਾਈਮਜ਼ ਆਫ ਇੰਡੀਆ ਦੇ ਸੀਨੀਅਰ ਪੱਤਰਕਾਰ, ਸਾਡੇ ਨਾਲ ਗੱਲਬਾਤ ਕਰ ਰਹੇ ਸਨ, ਔਰ ਤਕਰੀਬਨ ਜਿੰਨੇ ਕੁ ਵੀ ਸਵਾਲ ਸਾਡੇ ਜ਼ਿਹਨ ਵਿੱਚ ਆਉਂਦੇ ਹਨ ਤੁਹਾਡੀ ਤਰਫੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਸਮਾਂ ਹੈ ਇੱਕ ਵਕਫੇ ਦਾ, ਔਰ ਉਹਦੇ ਬਾਅਦ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਵੀ ਦੇ ਸਕਦੇ ਹੋ, ਜਿਹੜੇ ਤੁਹਾਡੇ ਨਾਲ ਪਹਿਲੇ ਇਸ਼ੂਜ਼ ਦੱਸੇ ਹੈ ਉਹਨਾਂ ਦੇ ਉੱਤੇ, ਜਾਂ ਇਹ ਜਿਹੜੀ ਗੱਲਬਾਤ ਹੈ ਇਸ ਦੇ ਬਾਰੇ ਵੀ 516 825 0006 ਦੇ ਉੱਤੇ। ਇੱਕ ਵਕਫੇ ਦੇ ਬਾਅਦ ਮੁੜ ਹਾਜ਼ਰ ਹੁੰਦੇ ਹਾਂ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਨਾਲ ਕੁਝ ਸੁਰਖੀਆਂ ਦੀ ਗੱਲਬਾਤ ਕੀਤੀ, ਔਰ ਨਾਲ ਹੀ ਚੋਣਾਂ ਜਿਹੜੀਆਂ ਹੁਣ ਆਪਣੇ ਸਿਖਰ ਤੱਕ, ਉਰੂਸ ਤੱਕ ਆ ਚੁੱਕੀਆਂ ਹਨ, ਔਰ 16 ਤਾਰੀਖ ਨੂੰ ਜਿਸ ਦਾ ਨਿਰਣਾ ਹੋ ਜਾਣਾ ਹੈ, ਔਰ ਉਸ ਦੇ ਬਾਅਦ ਨਵੀਂ ਸਰਕਾਰ ਕੇਂਦਰ ਦੇ ਵਿੱਚ ਆ ਜਾਏਗੀ, ਔਰ ਜਿਸ ਨੇ ਸਾਰੀ ਦੀ ਸਾਰੀ ਰਾਜਨੀਤੀ ਨੂੰ, ਰਾਜਨੀਤਿਕ ਸਰਗਰਮੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਔਰ ਇਸ ਦੇ ਵਿੱਚ ਪਹਿਲੀ ਵਾਰ ਜਿਹੜੀਆਂ ਚੀਜ਼ਾਂ, ਜਿਹੜਾ ਬੜਾ ਹੀ ਕੁਝ ਵੱਖਰੇ ਕਿਸਮ ਦੇ ਗੱਲਾਂ ਪ੍ਰਭਾਵਿਤ ਕਰਕੇ ਸਾਹਮਣੇ ਆਈਆਂ ਹਨ ਕਿ ਪਹਿਲੀ ਵਾਰ ਵੱਡੀ ਗਿਣਤੀ ਦੇ ਵਿੱਚ ਆਮ ਤੌਰ ਦੇ ਉੱਤੇ ਯੂਥ ਜਾਂ ਨੌਜਵਾਨ ਜਿਹੜੇ ਹਨ, ਵਿਦਿਆਰਥੀ ਵੀ ਔਰ ਆਮ ਸਧਾਰਨ ਲੋਕ ਇਸ ਦੇ ਵਿੱਚ ਹਿੱਸਾ ਲੈ ਰਹੇ ਹਨ, ਔਰ ਜਿਹੜੇ ਕਿ ਕਿਸੇ ਆਰਗੇਨਾਈਜ਼ ਤਰੀਕੇ ਨਾਲ ਨਹੀਂ ਬਲਕਿ ਆਪ ਮੁਹਾਰੇ ਤੁਰ ਕੇ ਅੱਗੇ ਆ ਕੇ ਇਹਨਾਂ ਚੋਣਾਂ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲਿਆ ਹੈ, ਇਸ ਦਾ ਅਸਰ ਜਿਹੜਾ ਹੈ ਇਹ ਬਿਲਕੁਲ ਇੱਕ ਵੱਖਰੀ ਕਿਸਮ ਦਾ ਹੈ। ਔਰ ਸਭ ਤੋਂ ਵੱਡੀ ਗੱਲ ਹੈ, ਇਸ ਦਫਾ ਇੱਕ ਚੀਜ਼ ਵੇਖਣ ਵਿੱਚ ਆਈ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚ ਜਿਹੜੇ ਸੂਬਾ ਕੋਆਰਡੀਨੇਟਰ ਹਨ, ਆਮ ਤੌਰ ਤੇ ਲੋਕ ਉਹਨਾਂ ਨੂੰ ਜਾਣਦੇ ਵੀ ਨਹੀਂ ਹਨ, ਬਹੁਤੀ ਜਗ੍ਹਾ ਦੇ ਉੱਤੇ ਕੈਂਡੀਡੇਟ ਨੂੰ ਪਛਾਣਦੇ ਵੀ ਨਹੀਂ ਹਨ। ਤੁਹਾਡੀਆਂ ਕਾਲਸ ਵੀ ਅਸੀਂ ਲਵਾਂਗੇ। ਹੈਲੋ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਪਿਆਰਾ ਸਿੰਘ ਬੋਲਦਾ ਜੀ। ਜੀ ਜੀ ਸਾਹਿਬ, ਪਿਆਰਾ ਸਿੰਘ ਜੀ, ਕੀ ਸੋਚ ਰਹੇ ਹੋ ਤੁਸੀਂ? ਹਾਂਜੀ, ਮੈਂ ਜਰਾ ਇੰਨੀ ਕੁ ਸੇਵਾ ਕਰਨਾ ਚਾਹੁੰਦਾ ਹਾਂ ਕਿ ਪਹਿਲੇ ਬਣੇ ਜਿਹੜੇ 6 ਅਕਾਲੀ ਦਲ ਹੈਗੇ ਹੈ, ਉਹ ਇੱਕ ਝੰਡੇ ਥੱਲੇ ਖੜੇ ਹੋਣ ਜੀ ਜੀ, ਅਤੇ ਪੰਥਕ ਮਸਲੇ ਉਸ ਦੇ ਬਾਅਦ ਵਿਚਾਰਨ ਜੀ। ਦੂਸਰਾ ਮੇਰਾ ਇਹ ਕਹਿਣਾ ਹੈ ਕਿ ਅੱਜ
ਰੈੱਡ ਕਰਾਸ ਸੁਸਾਇਟੀ ਦੇ ਨਾਂ ਤੇ ਬਹੁਤ ਖੂਨਦਾਨ ਕੈਂਪ ਲੱਗੇ ਜੀ, ਲੇਕਿਨ ਜੋ ਭਾਈ ਕਨ੍ਹਈਆ ਜੀ ਨੇ ਘਾਲ ਨਾ ਘਾਲੀ ਉਹ ਪਿੱਛੇ ਰਹਿ ਗਈ। ਅਸੀਂ ਸਿੱਖ ਜਥੇਬੰਦੀਆਂ ਨੂੰ ਪ੍ਰੇਰਨਾ ਦਈਏ ਕਿ ਉਹਨਾਂ ਦੇ ਨਾਂ ਦੀਆਂ ਜਥੇਬੰਦੀਆਂ ਖੜੀਆਂ ਕਰਕੇ ਵੱਧ ਤੋਂ ਵੱਧ ਉਹਨਾਂ ਦਾ ਪ੍ਰਚਾਰ ਹੋਏ, ਉਹਨਾਂ ਦੀ ਘਾਲਣਾ ਜਿਹੜਾ ਉਹ ਚਾਰ ਚੰਨ ਲੱਗਣ। ਜੀ ਜੀ ਜੀ। ਜਿਹੜੀਆਂ ਚੋਣਾਂ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ, ਜਿਹੜੀ ਉਹਨਾਂ ਨੇ ਗੱਲਬਾਤ? ਇਹ ਹੈ ਕਿ ਹਵਾ ਬਦਲੀ ਹੈ, ਉਹ ਲੋਕ ਕੁਝ ਉਹ ਪ੍ਰਭਾਵਿਤ ਹੋਏ ਕਿ ਕੇਜਰੀਵਾਲ ਨੇ ਬਹੁਤ ਚੰਗਾ ਕੰਮ ਕੀਤਾ ਔਰ ਰਿਜ਼ਲਟ ਵੀ ਆਸ ਹੈ ਬਹੁਤ ਚੰਗਾ ਆਏਗਾ। ਜੀ ਜੀ, ਬਹੁਤ 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 ਧੰਨਵਾਦ ਤੁਹਾਡੇ ਵਿਚਾਰਾਂ ਦਾ। ਭਾਜੀ ਖਾਲਸਾ, ਮੇਰੇ ਨਾਲ ਗੱਲ ਕਰਿਓ ਬਾਅਦ ਚ। ਜੀ ਜੀ। ਬੇਨਤੀ ਹੈ ਕਿ ਜਿਹੜੀ ਇਹ ਐਤਕੀ ਦਾ ਇੱਕ ਵੱਖਰਾ ਕਿਸਮ ਦਾ ਫੈਨੋਮੀਨਨ ਇਹ ਆਇਆ ਹੈ ਕਿ ਪੰਜਾਬ ਬਿਲਕੁਲ ਉਸ ਦਾ ਸਰੂਪ ਵੱਖਰਾ ਰਿਹਾ। ਬਾਕੀ ਦੇਸ਼ ਭਰ ਦੇ ਵਿੱਚ ਲੋਕਾਂ ਦੀ ਸੋਚ ਕੁਝ ਵੱਖਰੇ ਕਿਸਮ ਦੀ ਸੀ, ਪਰ ਪੰਜਾਬ ਦੇ ਵਿੱਚ ਜਿਹੜਾ ਹੁੰਗਾਰਾ ਔਰ ਜਿਹੜਾ ਉਤਸ਼ਾਹ ਵੇਖਣ ਵਿੱਚ ਆਇਆ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਸੀਗਾ। ਔਰ ਇਸ ਦੇ ਵਿੱਚ ਜਿਵੇਂ ਦੱਸਿਆ ਗਿਆ, ਜਿਵੇਂ ਦੇਖਿਆ ਗਿਆ ਕਿ ਲੋਕਾਂ ਨੂੰ ਇੱਕ ਸਿੰਬਲ ਦੇ ਨਾਲ ਸੀਗਾ ਜਿਹਦੇ ਨਾਲ ਉਹ ਜੁੜ ਗਏ। ਹੁਣ ਇਸ ਦਾ ਅਸਰ ਕਿਹੜੀਆਂ ਪਾਰਟੀਆਂ ਨੂੰ ਮਿਲਦਾ ਹੈ? ਐਂਟੀ ਇਨਕੰਬੈਂਸੀ ਜਾਂ ਜਿਹੜੀ ਧਿਰ ਰਾਜ ਕਰ ਰਹੀ ਹੈ ਔਰ ਇੰਨੀ ਦੇਰ ਤੋਂ ਜਿਹੜੀ ਕਰ ਰਹੀ ਹੈ ਉਸ ਨੂੰ ਉਸ ਦਾ ਅਸਰ ਪੈਂਦਾ ਨਜ਼ਰ ਆਉਂਦਾ ਹੈ ਕਿ ਨਹੀਂ ਆਉਂਦਾ। ਪਰ ਸ਼ੁਰੂ ਦੇ ਵਿੱਚ ਤਾਂ ਇਹ ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਜਿਹੜਾ ਸੀ ਆਮ ਤੌਰ ਦੇ ਉੱਤੇ ਸਿੱਧੇ ਪੱਧਰ ਤਰੀਕੇ ਨਾਲ ਚੱਲਦਾ ਰਿਹਾ, ਪਰ ਅਖੀਰ ਦੇ ਵਿੱਚ ਆ ਕੇ ਜਦੋਂ ਅਖੀਰਲੇ ਮਰਹਲੇ ਆਏ ਕਿ ਉਹਨਾਂ ਪਾਰਟੀਆਂ ਨੂੰ ਆਪਣਾ ਡਰ ਸੀ, ਡਰ ਪਾਸਿਆ, ਜਾਂ ਉਹ ਆਪਣੇ ਆਪ ਨੂੰ ਕੁਝ ਅਸੁਰੱਖਿਅਤ ਮਹਿਸੂਸ ਕਰ ਰਹੇ ਸੀ। ਉਸ ਦਾ ਅਸਰ ਇਹ ਵੇਖਣ ਵਿੱਚ ਇਹ ਆਇਆ ਕਿ ਉਹਨਾਂ ਨੇ ਕਈ ਐਸੇ ਹੋਰ ਪੱਤੇ ਖੇਡਣੇ ਸ਼ੁਰੂ ਕਰ ਦਿੱਤੇ ਜਿਹੜੇ ਪਹਿਲੇ ਨਹੀਂ ਸਨ। ਜਿਵੇਂ ਕਾਸਟ ਪੋਲਿਟਿਕਸ ਦਾ ਇਸ ਤੋਂ ਪਹਿਲੇ ਜ਼ਿਕਰ ਨਹੀਂ ਸੀਗਾ, ਉਹ ਵੀ ਕੀਤਾ ਗਿਆ ਔਰ ਉਸ ਨੂੰ ਪੂਰੀ ਤਰ੍ਹਾਂ ਐਤਕੀ ਮੁੱਦੇ ਵੀ ਬਣਾਏ ਗਏ। ਔਰ ਦੂਸਰੇ ਪਾਸੇ ਜਿਸ ਤਰ੍ਹਾਂ ਦੀ ਰਾਜਨੀਤਿਕ ਭਾਸ਼ਾ ਇਸਤੇਮਾਲ ਕੀਤੀ ਗਈ ਉਹ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸੀ। ਔਰ ਤੀਸਰੀ ਚੀਜ਼, ਅਖੀਰ ਦੇ ਆਂਦੇ ਆਂਦੇ ਜਿਹੜਾ ਸਿੱਧੇ ਪੱਧਰੇ ਸ਼ਬਦਾਂ ਦੇ ਵਿੱਚ ਇਲੈਕਸ਼ਨ ਕਮਿਸ਼ਨਰ ਨੂੰ, ਇਲੈਕਸ਼ਨ ਕਮਿਸ਼ਨ ਨੂੰ, ਉਹਨਾਂ ਨੂੰ ਇੱਕ ਕਿਸਮ ਦਾ ਟਾਰਗੇਟ ਬਣਾਇਆ ਗਿਆ। ਉਹਨਾਂ ਦੇ ਉੱਤੇ ਪੱਖਪਾਤ ਦੇ ਦੋਸ਼ ਲੱਗੇ ਔਰ ਜਿਸ ਨੂੰ ਉਹਨਾਂ ਨੇ ਰੱਦ ਵੀ ਕੀਤਾ ਔਰ ਇਹ ਕਿਹਾ ਕਿ ਅਸੀਂ ਇਲੈਕਸ਼ਨ ਕੰਡਕਟ ਕਰਾ ਰਹੇ ਹਾਂ, ਇਲੈਕਸ਼ਨ ਕੰਟੈਸਟ ਨਹੀਂ ਕਰ ਰਹੇ ਹਾਂ। ਪਰ ਆਉਣ ਵਾਲੇ ਇਹ ਜਿਹੜਾ ਸੀਨ ਹੈ ਜਿਸ ਤਰੀਕੇ ਦੇ ਨਾਲ, ਔਰ ਅਖੀਰ ਦੇ ਵਿੱਚ ਜਦੋਂ ਸਿਰਫ ਥੋੜ੍ਹਾ ਜਿਹਾ ਸਮਾਂ ਰਹਿ ਗਿਆ ਜਿਸ ਦੀ ਕੋਈ ਆਸ ਨਹੀਂ ਸੀ, ਪੂਰੀ ਤਰ੍ਹਾਂ ਵੋਟਾਂ ਨੂੰ, ਪੂਰੀ ਤਰ੍ਹਾਂ ਆਪਣੇ ਵੋਟਰਾਂ ਨੂੰ ਪੋਲਰਾਈਜੇਸ਼ਨ ਕਰਕੇ ਧਰਮ ਦੇ ਨਾਂ ਦੇ ਉੱਤੇ, ਧਾਰਮਿਕ ਚਿੰਨ੍ਹਾਂ ਦੇ ਨਾਂ ਦੇ ਉੱਤੇ ਪੂਰੀ ਤਰ੍ਹਾਂ ਇਸ ਨੂੰ ਵੰਡਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ, ਇਹ ਸ਼ਾਇਦ ਇੱਕ ਪਹਿਲੀ ਵਾਰ ਹੋਇਆ ਇਸ ਵੱਡੀ ਪੱਧਰ ਦੇ ਉੱਤੇ ਇਸ ਹਥਿਆਰ ਨੂੰ ਵੀ ਇਸਤੇਮਾਲ ਕੀਤਾ ਗਿਆ। ਹੈਲੋ, ਸਤਿ ਸ਼੍ਰੀ ਅਕਾਲ ਲਾਮਾ ਸਾਹਿਬ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਅਲਵਾਰੀ ਸਾਹਿਬ, ਜੀ ਆਇਆਂ ਨੂੰ ਜੀ। ਪਹਿਲੀ ਗੱਲ ਤਾਂ ਇਹ ਕਿ ਜੀ ਆਨੰਦ ਮੈਰਿਜ ਐਕਟ ਜਿਹੜਾ ਹੈ, ਆਨੰਦ ਕਾਸਟ ਮੈਰਿਜ ਐਕਟ, ਇਟ ਸ਼ੁੱਡ ਬੀ ਔਨ ਦ ਨੈਸ਼ਨਲ ਲੈਵਲ, ਬਹੁਤ ਅੱਛੀ ਗੱਲ ਹੋਏਗੀ ਜੀ। ਦੂਜੀ ਗੱਲ, ਮੈਨੂੰ ਇਹ ਬਹੁਤ ਖੁਸ਼ੀ ਹੈ ਜੀ ਕਿ ਪੰਜਾਬ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਉਹਦੇ 'ਚ ਲੋਕਾਂ ਦਾ ਰੁਝਾਨ ਜਿਹੜਾ ਦੋ ਪਾਰਟੀਆਂ ਦੇ ਵਿੱਚ ਰਹਿੰਦਾ ਸੀ ਔਰ ਕੋਈ ਹੋਰ ਤੀਜਾ ਆਲਟਰਨੇਟਿਵ ਨਜ਼ਰ ਨਹੀਂ ਸੀ ਆਉਂਦਾ, ਉਹ ਹੁਣ ਨਜ਼ਰ ਆ ਰਿਹਾ ਹੈ। ਲੋਕੀ ਐਕਸਰਸਾਈਜ਼ ਕਰ ਰਹੇ ਨੇ, ਇਹ ਬੜੀ ਅੱਛੀ ਚੀਜ਼ ਹੈ। ਇਹਦੇ ਨਾਲ ਗਵਰਨਮੈਂਟ ਜਿਹੜੀ ਵੀ ਪਾਵਰ 'ਚ ਹੋਵੇ ਉਹਨੂੰ ਪਰਫਾਰਮ ਕਰਨ ਦੀ ਜ਼ਰੂਰਤ ਹੋ ਪਏਗੀ। ਤੀਜੀ ਗੱਲ ਕਿ ਯੂਥ ਦੀ ਵੋਟ ਜਿਹੜੀ ਹੁਣ ਐਤਕੀ ਪੈ ਰਹੀ ਹੈ, ਮੈਂ ਨਹੀਂ ਸਮਝਦਾ ਕਿ ਇਹ ਪਹਿਲੀ ਵਾਰੀ ਹੀ ਪਏਗੀ। ਆਈ ਥਿੰਕ ਯੂਥ ਦੀ ਅਵੇਅਰਨੈਸ ਹੈਗੀ ਹੈ, ਦੇ ਆਰ ਅੰਡਰਸਟੈਂਡਿੰਗ ਨਾਓ ਕਿ ਪੋਲਿਟਿਕਸ ਕੋਈ ਡਰਟੀ ਗੇਮ ਨਹੀਂ ਹੈ। ਉਹਨਾਂ ਦੀ ਇਨਵੋਲਵਮੈਂਟ ਵੀ ਬਹੁਤ ਜ਼ਰੂਰੀ ਹੈ ਐਂਡ ਦੇ ਹੈਵ ਅ ਸੇ ਐਂਡ ਆਈ ਵੈਲਕਮ ਇਟ। ਆਈ ਥਿੰਕ ਹਰ ਬੰਦਾ ਯੂਥ ਔਰ ਵੱਡਾ ਉਹ ਆਪਣੀ ਵੋਟ ਕਾਸਟ ਜ਼ਰੂਰ ਕਰੇ ਤਾਂ ਕਿ ਉਹ ਆਪਣੀ ਪਾਵਰ ਨੂੰ ਐਕਸਰਸਾਈਜ਼ ਕਰੇ। ਠੀਕ ਕਹਿ ਰਹੇ ਤੁਸੀਂ ਜੀ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਬਲਕਿ ਇਹਦੇ ਵਿੱਚ ਇੱਕ ਚੀਜ਼ ਜੋੜਨਾ ਚਾਹੁੰਦੇ ਹਾਂ, ਜਿਹੜੇ ਕੁਝ ਕਾਨੂੰਨ ਬਣੇ ਹੈ ਹਿੰਦੁਸਤਾਨ ਦੇ ਵਿੱਚ, ਭਾਵੇਂ ਉਹ ਅੰਤਰਰਾਸ਼ਟਰੀ ਦਬਾਅ ਕਰਕੇ ਹੋਣ, ਜਿਵੇਂ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ, ਓਮਬੁਡਸਮੈਨ ਹੈ, ਜਾਂ ਹੋਰ ਇੱਦਾਂ ਦੇ
ਜਿਹੜੀਆਂ PIL ਸੁਪਰੀਮ ਕੋਰਟ ਦੀਆਂ ਓਵਰ ਐਕਟਿਵ ਹੋ ਜਾਣਾ, ਉਸ ਤੋਂ ਲੱਗਦਾ ਹੈ ਕਿ ਜਿਹੜਾ ਆਮ ਤੌਰ ਦੇ ਉੱਤੇ ਪੜ੍ਹਿਆ ਲਿਖਿਆ ਤਬਕਾ ਵੀ ਇੰਟਰਸਟਿਡ ਹੋ ਗਿਆ ਰਾਜਨੀਤੀ ਵਿੱਚ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਅੰਕਲ ਜੀ ਮੈਂ ਜਿਮ ਬੋਲਦੀ ਹਾਂ ਤਜਰਬਾ ਸਿਟੀ ਤੋਂ। ਜੀ ਭੈਣ ਜੀ, ਹਾਂਜੀ ਹਾਂ ਅੰਕਲ ਜੀ, ਜਿੱਦਾਂ ਚਲੋ ਟਾਉਣ ਹੋ ਗਿਆ, ਜਿੱਦਾਂ ਆਪਾਂ ਨੂੰ ਲੱਗਦਾ ਵੀ ਆ ਕਿ ਕੇਜਰੀਵਾਲ ਸਾਹਿਬ ਦੀ ਪਾਰਟੀ ਆ ਜੂਗੀ, ਤੇ ਜਿੱਦਾਂ ਉਹਨਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਵੀ ਉਹਨਾਂ ਨੇ ਉੱਥੇ ਪਟੀਸ਼ਨ ਦਾਇਰ ਕੀਤੀ ਕਿ ਉਹਦੀ ਫਾਂਸੀ ਮਾਫ ਹੋਣੀ ਚਾਹੀਦੀ ਆ, ਹਨਾ ਜੀ। ਦੂਸਰੀ ਗੱਲ ਇਹ ਹੈ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਦੋਂ ਸਾਡੀ ਸਰਕਾਰ ਆ ਜੂਗੀ ਵੀ ਜਿਹੜੇ ਇੰਨੇ ਸਾਰੇ ਨਿਹੱਕੇ ਸਿੰਘ ਜੇਲ੍ਹਾਂ ਵਿੱਚ ਅਜੇ ਤੱਕ ਵੀ ਡੱਕੇ ਹੋਏ, ਕਿਸੇ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ, ਸਾਰੇ ਹੱਲੇ ਵੀ ਉੱਤੇ ਜੇਲ੍ਹਾਂ ਚੁਲਦੇ, ਉਹਨਾਂ ਬਾਰੇ ਵੀ ਸੋਚਾਂਗੇ, ਕਰਾਂਗੇ, ਹਨਾ ਜੀ। ਅੰਕਲ ਜੀ ਤਾਂ ਇਸੇ ਕਰਕੇ ਤੇ ਸਾਰੀ ਸਿੱਖ ਕੌਮ ਤਕਰੀਬਨ ਇਹਨਾਂ ਦੇ ਨਾਲ ਜੁੜ ਗਈ ਆ। ਕੁਛ ਜਿੱਦਾਂ ਜਿਹੜੇ ਉਹ ਦੂਸਰੇ ਧੜੇ ਵੀ ਸੀਗੇ, ਗਰਮ ਖਿਆਲੀ ਧੜੇ ਵੀ ਸੀਗੇ ਆਪਣੇ, ਉਹ ਵੀ ਇਹਨਾਂ ਦੇ ਜੁੜ ਗਏ, ਹਨਾ। ਠੀਕ ਹੈ ਜੀ। ਪਰ ਅੰਕਲ ਜੀ ਮੈਨੂੰ ਇੱਕ ਗੱਲ ਦਾ ਖਦਸ਼ਾ ਆ, ਪਤਾ ਕੀ, ਜਿੱਦਾਂ ਅੰਕਲ ਇਹ ਅੱਜ ਨਾ GTV ਦੇ ਉੱਪਰ ਦਿਖਾਲਦੇ ਸੀਗੇ ਤੇ ਉੱਥੇ ਨਹਿਰ ਦੇ ਵਿੱਚੋਂ ਅਸਲਾ ਨਿਕਲਿਆ, ਉਹਨਾਂ ਨੇ ਮੋਦੀ ਦੀ ਰੈਲੀ ਹੋਣੀ ਸੀਗੀ, ਉੱਥੇ ਇਹਨਾਂ ਨੇ ਵਰਤਣ ਵਾਸਤੇ ਭੇਜੇ ਸੀਗੇ ਤੇ ਆਪਣੇ ਪਾਕਿਸਤਾਨ ਦੇ ਸਿੰਘਾਂ ਦੇ ਲਈ ਜਾਂਦੇ ਸੀ। ਇੱਕ ਮਿੰਟ ਅੰਕਲ, ਮੇਰੀ ਪਲੀਜ਼, ਸਾਡਾ ਨਾ ਸਮਾਂ ਬਿਲਕੁਲ ਖਤਮ ਹੋ ਗਿਆ ਭੈਣ ਜੀ, ਤੁਸੀਂ ਨਾ ਦੁਬਾਰਾ ਕਰ ਲੈਣਾ, ਬੜੀ ਤੁਹਾਡੀ ਮਿਹਰਬਾਨੀ। ਸਾਨੂੰ ਬਿਲਕੁਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਾਡੇ ਵੱਸ ਨਹੀਂ ਹੈਗਾ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਔਰ ਅਫਸੋਸ ਹੈ ਤੁਹਾਡੀ ਪੂਰੀ ਗੱਲ ਨਹੀਂ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸੋ ਪਿਆਰੇ ਦਰਸ਼ਕੋ, ਤੁਸੀਂ ਸਾਨੂੰ ਈਮੇਲ ਕਰੋ lamba@getpunjabi.tv। ਤੁਸੀਂ ਆਪਣੇ ਵਿਚਾਰ ਲਿਖੋ, ਅਸੀਂ ਜ਼ਰੂਰ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਤੁਹਾਡੇ ਸੁਝਾਅ, ਤੁਹਾਡੀਆਂ ਸ਼ਿਕਾਇਤਾਂ, ਤੁਹਾਡੇ ਵਿਚਾਰ ਤੁਸੀਂ lamba@getpunjabi.tv ਦੇ ਉੱਤੇ ਜ਼ਰੂਰ ਈਮੇਲ ਕਰੋ। ਇੱਕ ਹੋਰ ਪ੍ਰੋਗਰਾਮ ਲੈ ਕੇ ਮੁੜ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।